इस अपने भारत देश नूं ਉਹ ਬੇਗਮਪੁਰਾ ਖਾਲਸਾ ਰਾਜ ਲਿਆਵਾਂਗੇ ਜਿਹਦੀ ਰਾਜਧਾਨੀ ਦਿੱਲੀ ਹੋਗੀ ਔਰ ਉੱਥੇ ਬੇਗਮਪੁਰਾ ਖਾਲਸਾ ਰਾਜ ਦਾ ਝੰਡਾ ਲਹਿਰਾਊਗਾ। ਸੰਤ ਜਰਨੈਲ ਸਿੰਘ ਜੀ ਖਾਲਸਾ ਅਮਰ ਰਹੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰ ਪਿਆਰਿਓ, ਅਸੀਂ ਸਭ ਬਾਖੂਬੀ ਜਾਣਦੇ ਹਾਂ ਕਿ ਅਸਲ ਸਿੱਖ ਉਹੀ ਹੈ ਜੋ ਜਾਤ ਪਾਤ ਤੋਂ ਉੱਤੇ ਉੱਠ ਕੇ ਗੁਰੂ ਦੀ ਗੱਲ ਕਰਦਾ ਹੋਵੇ, ਗੁਰੂ ਦੀ ਬਾਣੀ ਦੀ ਗੱਲ ਕਰਦਾ ਹੋਵੇ, ਸਿੱਖਾਂ ਦੀ ਗੱਲ ਕਰਦਾ ਹੋਵੇ, ਸਿੱਖਾਂ ਦੇ ਸਿੰਘ ਸ਼ਹੀਦਾਂ ਦੀ ਅਮਰ ਕਹਾਣੀ ਦੀ ਗੱਲ ਕਰਦਾ ਹੋਵੇ। ਤੇ ਜੇਕਰ ਅਸੀਂ ਡਾਕਟਰ ਗੁਰਿੰਦਰ ਸਿੰਘ ਦੀ ਗੱਲ ਕਰੀਏ ਤਾਂ ਉਹ ਹਮੇਸ਼ਾ ਹੀ ਦਲਿਤ ਭਾਈਚਾਰੇ ਦੀ ਗੱਲ ਕਰਦੇ ਹੋਏ ਨਜ਼ਰ ਆਉਂਦੇ ਸਨ, ਮਜਬੀ ਸਿੱਖਾਂ ਦੀ ਗੱਲ ਕਰਦੇ ਹੋਏ ਨਜ਼ਰ ਆਉਂਦੇ ਸਨ। ਪਰ ਹੁਣ ਉਹਨਾਂ ਨੇ ਆਪਣੇ ਨਾਮ ਦੇ ਪਿੱਛੇ ਖਾਲਸਾ ਲਗਾ ਲਿਆ ਹੈ, ਰੰਗਰੇਟਾ ਡਾਕਟਰ ਗੁਰਿੰਦਰ ਸਿੰਘ ਖਾਲਸਾ। ਜੀ ਹਾਂ, ਤੁਸੀਂ ਬਿਲਕੁਲ ਸਹੀ ਸਮਝਿਆ। ਹੁਣ ਇਹ ਖਾਲਸੇ ਸੱਚ ਗਏ ਨੇ, ਇਹਨਾਂ ਨੇ ਅੰਮ੍ਰਿਤ ਛਕ ਲਿਆ ਹੈ ਤੇ ਅੰਮ੍ਰਿਤ ਛਕਣ ਤੋਂ ਬਾਅਦ ਇਹ ਪਹਿਲੀ ਵਾਰ ਲਾਈਵ ਹੋਏ ਫੇਸਬੁੱਕ ਉੱਤੇ ਅਤੇ ਇਹਨਾਂ ਨੇ ਆਰਟੀਕਲ 25 ਨੂੰ ਐਕਸਪਲੇਨ ਕਰਨ ਦੀ ਕੋਸ਼ਿਸ਼ ਕੀਤੀ ਕਿ ਆਖਿਰ ਆਰਟੀਕਲ 25 ਹੈ ਕਿ ਕਿੱਦਾਂ ਇਹ ਸਿੱਖ ਕੌਮ ਲਈ ਘਾਤਕ ਹੈ ਤੇ ਕਿਉਂ ਇਹ ਘੱਟ ਗਿਣਤੀਆਂ ਦੇ ਸਿਰ ਤੇ ਲਟਕਦੀ ਤਲਵਾਰ ਹੈ। ਬੋਲੇ ਸੋ ਨਿਹਾਲ, ਸਤਿ ਸ਼੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੈ ਭੀਮ, ਜੈ ਭਾਰਤ, ਜੈ ਮੂਲ ਨਿਵਾਸੀ। ਦੇਸ਼ਾਂ ਵਿਦੇਸ਼ਾਂ ਦੇ ਵਿੱਚ ਵਸਦੀਆਂ ਗੁਰੂ ਸਵਾਰੀ ਗੁਰੂ ਰੂਪੀ ਸੰਗਤ ਜੀ ਔਰ ਮੇਰੇ ਭਾਰਤ ਦੇ ਮੂਲ ਨਿਵਾਸੀ ਭੈਣ ਭਰਾਓ, ਮੈਂ ਆਪ ਜੀ ਦਾ ਆਪਣਾ ਰੰਗਰੇਟਾ ਡਾਕਟਰ ਗੁਰਿੰਦਰ ਸਿੰਘ ਖਾਲਸਾ ਲੁਧਿਆਣਾ ਤੋਂ ਅੱਜ 22 ਮਈ 2020 11 ਵਜੇ 5 ਮਿੰਟ ਰਹਿ ਗਏ ਆ। ਆਪ ਜੀ ਦੀ ਕਚਹਿਰੀ ਦੇ ਵਿੱਚ ਇਹ ਲਾਈਵ ਵੀਡੀਓ ਲੈ ਕੇ ਆਉਣ ਦਾ ਜੋ ਮੇਰਾ ਮਕਸਦ ਹੈ ਉਹ ਇਹ ਹੈ ਕਿ ਮੈਂ ਆਪ ਸਭ ਨੂੰ ਜਗ ਦੀਆਂ ਜ਼ਮੀਰਾਂ ਵਾਲਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਦੇਣਾ ਚਾਹੁੰਦਾ। ਤੁਹਾਡੇ ਸਾਥ ਦੀ ਬਦੌਲਤ ਡਾਕਟਰ ਗੁਰਿੰਦਰ ਸਿੰਘ ਅਟਵਾਲ ਦਾ ਸਫ਼ਰ 2012 ਤੋਂ ਸ਼ੁਰੂ ਹੋਇਆ ਸੀ। ਤੁਹਾਡੇ ਸਾਥ ਦੇ ਨਾਲ ਤੇ ਤੁਹਾਡੇ ਖੂਬਸੂਰਤ ਸਾਥ ਦੇ ਨਾਲ, ਤੁਹਾਡੀ ਹੱਲਾਸ਼ੇਰੀ ਦੇ ਨਾਲ ਡਾਕਟਰ ਗੁਰਿੰਦਰ ਸਿੰਘ ਅਟਵਾਲ ਤੋਂ ਸਫ਼ਰ ਸ਼ੁਰੂ ਹੋਇਆ। ਅੱਜ ਰੰਗਰੇਟਾ ਡਾਕਟਰ ਗੁਰਿੰਦਰ ਸਿੰਘ ਖਾਲਸਾ ਤੱਕ ਦਾ ਇਹ ਸਫ਼ਰ ਆਪ ਜੀ ਦੀ ਹੱਲਾਸ਼ੇਰੀ, ਆਪ ਜੀ ਦੇ ਆਸ਼ੀਰਵਾਦ, ਆਪ ਜੀ ਦੇ ਸਾਥ ਦੇ ਨਾਲ ਇਹ ਸਫ਼ਰ ਬਹੁਤ ਹੀ ਖੂਬਸੂਰਤ ਰਿਹਾ ਔਰ ਅਸਲੀ ਸ਼ੁਰੂਆਤ ਹੁਣ ਹੋਈ ਹੈ। ਤੁਹਾਡਾ ਵੀਰ ਤੁਹਾਡੀ ਹੱਲਾਸ਼ੇਰੀ ਦੀ ਬਦੌਲਤ, ਤੁਹਾਡੇ ਸਾਥ ਦੀ ਬਦੌਲਤ 14 ਮਈ 2020 ਜੇਠ ਦੀ ਸੰਗਰਾਂਦ ਵਾਲੇ ਦਿਨ 6ਵੀਂ ਪਾਤਸ਼ਾਹੀ ਗੁਰਦੁਆਰਾ 6ਵੀਂ ਪਾਤਸ਼ਾਹੀ ਰਕਬਾ, ਪਿੰਡ ਰਕਬਾ, ਜ਼ਿਲ੍ਹਾ ਲੁਧਿਆਣਾ, ਉੱਥੋਂ ਖੰਡੇ ਬਾਟੇ ਦੀ ਪੌਲ ਲੈ ਕੇ 14 ਮਈ 2020 ਨੂੰ ਕਲਗੀਧਰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦਾ ਅਸਲ ਬੇਟਾ ਬਣ ਗਿਆ ਹੈ ਔਰ ਖਾਲਸਾ ਬਣ ਗਿਆ ਹੈ ਤੇ ਰੰਗਰੇਟਾ ਗੁਰੂ ਕਾ ਬੇਟਾ ਅੱਜ ਬਣਿਆ। ਮੈਂ ਅੱਜ ਰੰਗਰੇਟਾ ਗੁਰੂ ਕਾ ਬੇਟਾ ਬਣ ਕੇ ਮੈਂ ਆਪ ਜੀ ਦੇ ਸਾਹਮਣੇ ਪੇਸ਼ ਹੋਇਆ ਔਰ ਜੋ ਸਾਡੇ ਸਿੱਖੀ ਸਿਧਾਂਤ ਹਨ, ਸਾਹਿਬੇ ਕਮਾਲ ਕਲਗੀਧਰ ਪਿਤਾ ਜੀ ਨੇ ਜੋ ਇਹ ਬਖਸ਼ਿਸ਼ ਕੀਤੀ ਹੈ, ਇਹ ਕੋਈ छोटी मोटी चीज़ नहीं है। ये सीरी साहब और खंडे बाटे की पौल लैके गुरबाणी दे लड़ लगना मैं अपने आप को बड़ा भागा वाला समझदा। और साडे साहिबे कमाल कलगीधर पिता जी ने और साडे गुरबाणी दे 36 महापुरुषों ने बराबरता की जो गल कीती, जात पात नूं मिटाउण दी जो गल कीती और अपने आप नूं वारिया, अपने परिवारां तक वारे, साहिबे कमाल कलगीधर पिता जी ने देखा और उन्होंने एक चीज़
सानू भी सिखाई कि कोई किसी को राज ना दे है, जो ले है निज बल से ले है। साहिबे कमाल कलगीधर पिता जी ने ये शमशीर अपनी किरपा दे नाल उन्होंने सानू सिखां नू किरपान बख्शी गऊ गरीब दी रखिया वास्ते। और खंडे बाटे दी पोल दे के संगत पंगत बाटा सरोवर उन्होंने एक करके जात पात दे कोड नू खत्म करके मनुखता दी मानवता दी बराबरता दी गल कीती। ते जो विपरवादी सोच सी, जो अपने आप नू उच्चा ते सर्वश्रेष्ठ ते दूसरियां नू भारत दे 85% शूद्रां नू नीवा दिखाउण दी जो सोच सी, साडे साहिबे कमाल कलगीधर पिता जी ने सिंह साज के खालसा साज के सिख सिंह कौर खालसा इस कंसैप्ट नू लिया के बराबरता की गल की। सो दोस्तों, आप जी का सारिਆਂ का बहुत बहुत धन्यवाद। और आप जी ने इसी तरह, क्योंकि सफ़र हुण शुरू होया, गऊ गरीब की रखिया, मजलूमां दे नाल हो रही धक्केशाही, धीआं दे नाल हो रहे बलात्कार और जाति वितकरे नूं हुण आपां खत्म करना आ, इस जात पात दे कोड नूं खत्म करना आ। ते आप जी दे साथ तो बिना मैं अधूरा आ, मेरी कोई औकात नहीं। साहिबे कमाल कलगीधर पिता जी का मैं बेटा आ, बन चुका हुण। अकाल पुरख की कृपा हुई, उस वाहिगुरू सच्चे पातशाह की अकाल पुरख की कृपा हुई ते आप जी के साथ दे नाल दास डॉक्टर गुरिंदर सिंह अटवाल तो अज खंडे बाटे की पौल लैके रंगरेटा डॉक्टर गुरिंदर सिंह खालसा बन के हुण अगला सफ़र तुहाडे साथ दे नाल ही, अगला सफ़र ते असली सफ़र ते हुण शुरू होया। गऊ गरीब की रखिया करनी, जिथे लोड़ पऊगी इहदा इस्तेमाल करना और गुरबाणी दे नाल जुड़ना ते जोड़ना ते गुरबाणी दे नाल नाल भारत दे संविधान दे प्रति भी लोगों को जागरूक करना। सो बड़ी देर तो मेरी इच्छा सी कि मैं सिंह सजा ते अकाल पुरख ने जो कृपा की, चलो 14 मई नूं सिंह सजे, लॉकडाउन चल रहा सी, नहीं तो सुपना सी कि हज़ारां वो दबे कुचले लोग जिन्हां दा पिंडां च बायकाट हुंदा, जिन्हां नाल जाति वितकरे हुंदे आ, उन्हां नूं भी नाल लैके, या जो इधर उधर भटक गए सन उन्हां नूं भी नाल लैके खंडे बाटे की पौल लेंदे। पर हालात कुछ इस तरह के सन कि लॉकडाउन के चलदिआं विसाखी ते भी ये मनशा नहीं पूरी हो सकी। ते चलो जिस दिन 14 मई 2020 नूं मैं खंडे बाटे की पोल लैके जहाजे चढ़िया, अमृत छकिया, उस दिन चलो हज़ारां की तादाद च नहीं, लेकिन लॉकडाउन करके जिन्ने भी वध तो वध उत्थे लोग सी, जो भी प्राणी सन, वो काफ़ी तादाद दे विच सिंह सजे हैं। और आने वाले समय दे विच असी वध तो वध सिक्खी नूं प्यार करने वाले प्राणियों नूं जागरूक करके सिक्खी सिद्धांतां दा असली मतलब मकसद समझा के उन्होंने असी खंडे बाटे की पौल दवावांगे। तो जो अज कहा जाता है कि सिक्खी सिर्फ 2% आ, क्योंकि ये 2% सिक्खी सिर्फ कुछ मूर्ख लोग जिन्हां ने गुरबाणी के फलसफे नूं समझिया ही नहीं, तो जिन्हां ने गरीबां नूं अपने गल नाल नहीं लाया, अपने छाती नाल नहीं लाया, उन्होंने किते ना किते विपरवादी सोच रख के भेदभाव किया, जिहदे करके सिक्खी सिर्फ 2% तक ही सीमित हो के रह गई। तुहाडे साथ की बदौलत असी हुण सिक्खी का असली मकसद लोगों को समझावांगे, तो आने वाले टाइम समय दे विच 2% सिक्खी नूं असी 100% सिक्खी तक लैके जावांगे, लोगों को जगावांगे, गुरबाणी दे नाल भी जोड़ांगे, तो एज वैल एज असी भारत के संविधान के नाल भी लोगों को जोड़ांगे। भारत के संविधान के
ਇੱਕ ਇੱਕ ਆਰਟੀਕਲ ਦੇ ਬਾਰੇ ਲੋਕਾਂ ਨੂੰ ਜਾਗਰੂਕ ਕਰਾਂਗੇ ਤਾਂ ਕਿ ਉਹਨਾਂ ਨੂੰ ਆਪਣੇ ਅਧਿਕਾਰਾਂ ਦਾ, ਆਪਣੇ ਫੰਡਾਮੈਂਟਲ ਰਾਈਟਸ ਦੇ ਬਾਰੇ ਉਹਨਾਂ ਨੂੰ ਪਤਾ ਲੱਗ ਸਕੇ ਕਿ ਜਿਸ ਤਰ੍ਹਾਂ ਗੁਰਬਾਣੀ, ਸਾਡੇ ਗੁਰੂਆਂ ਦੀ ਬਾਣੀ, ਗੁਰੂ ਗ੍ਰੰਥ ਸਾਹਿਬ ਬਰਾਬਰਤਾ ਦੀ ਗੱਲ ਕਰਦਾ, ਇਸੇ ਤਰ੍ਹਾਂ ਗੁਰਬਾਣੀ ਨੂੰ ਹੀ ਮੁੱਖ ਰੱਖ ਕੇ ਡਾਕਟਰ ਬਾਬਾ ਸਾਹਿਬ ਭੀਮਰਾਓ ਅੰਬੇਡਕਰ ਜੀ ਨੇ ਭਾਰਤ ਦਾ ਸੰਵਿਧਾਨ 26 ਜਨਵਰੀ 1950 ਨੂੰ ਸਾਨੂੰ ਦਿੱਤਾ ਸੀ, ਜਿਹਦੀ ਬਦੌਲਤ ਅਸੀਂ ਪੜ੍ਹ ਲਿਖ ਕੇ ਅੱਜ ਕੁਝ ਮੁਕਾਮ ਹਾਸਲ ਕਰ ਰਹੇ ਹਾਂ। ਸੋ ਮੇਰਾ ਇੱਕ ਸੁਪਨਾ ਸੀ ਕਿ ਮੈਂ ਅੰਮ੍ਰਿਤ ਛਕਾਂ, ਸਿੰਘ ਸਜਾ ਤੇ ਸਿੰਘ ਬਣ ਕੇ ਆਪਣੇ ਸਿੱਖ ਭਰਾਵਾਂ ਦੀ ਜੋ ਮਿਸਅੰਡਰਸਟੈਂਡਿੰਗ ਹੈ ਭਾਰਤ ਦੇ ਸੰਵਿਧਾਨ ਦੇ ਆਰਟੀਕਲ 25(2)B ਨੂੰ ਲੈ ਕੇ, ਜੋ ਉਹਨਾਂ ਦੇ ਵਿੱਚ ਗਲਤਫਹਿਮੀ ਹੈ ਔਰ ਨਿਕੰਮੇ ਲੀਡਰ ਜਿਨ੍ਹਾਂ ਨੂੰ ਪਤਾ ਹੈ ਕਿ ਆਰਟੀਕਲ 25(2)B ਦੇ ਵਿੱਚ ਕੀ ਲਿਖਿਆ ਹੈ ਔਰ ਅਸਲ ਸੱਚਾਈ ਕੀ ਹੈ, ਉਹਦੇ ਵਿੱਚ ਕਿਤੇ ਵੀ ਸਿੱਖਾਂ ਨੂੰ ਹਿੰਦੂਆਂ ਦਾ ਹਿੱਸਾ ਨਹੀਂ ਲਿਖਿਆ ਹੋਇਆ। ਇਹ ਉਹਨਾਂ ਨਿਕੰਮੇ RSS ਦਾ ਜੋ ਕੰਮ ਆਸਾਨ ਕਰ ਰਹੇ ਸਾਡੇ ਹੀ ਸਿੱਖ ਲੀਡਰ ਹਨ ਜਾਂ ਬੁਲਾਰੇ ਹਨ, ਉਹਨਾਂ ਨੂੰ ਪਤਾ ਹੋਣ ਦੇ ਬਾਵਜੂਦ, ਐਜੂਕੇਟਡ ਹੋਣ ਦੇ ਬਾਵਜੂਦ, ਉਹਨਾਂ ਨੇ ਇਸ ਗੱਲ ਨੂੰ ਕਦੀ ਕਲੀਅਰ ਨਹੀਂ ਕੀਤਾ ਤੇ ਬੇਗਮਪੁਰਾ ਖਾਲਸਾ ਰਾਜ ਦੀ ਸੋਚ ਲੈ ਕੇ ਚੱਲ ਰਹੇ, ਬੇਗਮਪੁਰਾ ਖਾਲਸਾ ਰਾਜ, ਖਾਲਿਸਤਾਨ ਦੀ ਸੋਚ ਲੈ ਕੇ ਚੱਲ ਰਹੇ ਲੱਖਾਂ ਹੀ ਸਾਡੇ ਬੇਦੋਸ਼ੇ ਸਿੱਖਾਂ ਨੂੰ, ਸਿੰਘਾਂ ਨੂੰ ਸ਼ਹੀਦ ਕਰਵਾ ਦਿੱਤਾ ਇਹਨਾਂ ਨਿਕੰਮੇ ਲੀਡਰਾਂ ਨੇ। ਤੇ ਸਾਡੇ ਸੰਤ ਜਰਨੈਲ ਸਿੰਘ ਖਾਲਸਾ ਜੀ ਭਿੰਡਰਾਂਵਾਲੇ, ਜੋ ਬੇਗਮਪੁਰਾ ਖਾਲਸਾ ਰਾਜ ਖਾਲੀ ਇੱਕ ਜਗ੍ਹਾ ਦੀ ਮੰਗ ਨਹੀਂ ਕਰਦੇ ਹੋਏ, ਖਾਲਿਸਤਾਨ ਉਹਨਾਂ ਸਾਡੇ ਗੁਰੂਆਂ ਪੀਰਾਂ ਦੀ, ਸਾਡੇ 36 ਮਹਾਂਪੁਰਸ਼ਾਂ ਦੀ ਜੋ ਗੁਰਬਾਣੀ ਦੇ ਵਿੱਚ ਵਿਰਾਜਮਾਨ ਹਨ, ਬੇਗਮਪੁਰਾ ਖਾਲਸਾ ਰਾਜ ਦੀ ਹੀ ਸੋਚ ਲੈ ਕੇ ਸਾਡੇ 36 ਮਹਾਂਪੁਰਸ਼ ਚੱਲੇ ਔਰ ਗੁਰੂ ਕਲਗੀਧਰ ਪਿਤਾ ਜੀ ਨੇ ਵੀ ਬੇਗਮਪੁਰਾ ਖਾਲਸਾ ਰਾਜ, ਜਿਹਦੇ ਵਿੱਚ ਬਰਾਬਰਤਾ ਦੀ ਗੱਲ ਹੋਵੇ, ਕੋਈ ਊਚ ਨੀਚ ਨਾ ਹੋਵੇ, ਕੋਈ ਜਾਤ ਪਾਤ ਨਾ ਹੋਵੇ, ਔਰ ਉਹ ਬੇਗਮਪੁਰਾ ਖਾਲਸਾ ਰਾਜ ਵਸਾਉਣ ਵਾਸਤੇ ਹੀ ਸਾਡੇ ਕਲਗੀਧਰ ਪਿਤਾ ਜੀ ਨੇ 13 ਜੰਗਾਂ ਉਹਨਾਂ ਵਿਪਰਵਾਦੀ ਲੋਕਾਂ ਦੇ ਨਾਲ ਲੜੀਆਂ ਤੇ ਜਿਨ੍ਹਾਂ ਦਾ ਸਾਥ ਲੈ ਕੇ ਜੰਗਾਂ ਲੜੀਆਂ ਉਹ ਅੱਜ ਨੁਕਰੇ ਔਰ ਖੁੱਡੇ ਲੈਣ ਲੱਗੇ ਪਏ ਨੇ। ਉਹ ਮਾਰਸ਼ਲ ਕੌਮਾਂ ਤੇ ਜਿਨ੍ਹਾਂ ਦੇ ਨਾਲ ਲੜੀਆਂ, ਉਹਨਾਂ ਨਾਲ ਸਾਡੇ ਸਿੱਖਾਂ ਦੇ ਗੱਦਾਰ ਲੀਡਰ ਉਹਨਾਂ ਦੇ ਨਾਲ ਰਲ ਕੇ ਸਰਕਾਰਾਂ ਬਣਾਉਂਦੇ ਹਨ ਔਰ ਹਿੰਦੂ ਰਾਸ਼ਟਰ ਬਣਾਉਣ ਦੀ ਇੱਕ ਬਹੁਤ ਵੱਡੀ ਸਾਜ਼ਿਸ਼ ਖੇਡੀ ਜਾ ਰਹੀ ਹੈ। ਆਰਟੀਕਲ 25(2)B, ਕਿਉਂਕਿ ਮੈਨੂੰ ਇਹ ਵਿਸ਼ਵਾਸ ਸੀ ਕਿ ਜੇ ਮੈਂ ਘੋਣਾ ਮਾਨਾ ਹੋ ਕੇ ਜਾਂ ਦਾੜੀ ਕਤਰਦਾ ਸੀ, ਜੇ ਮੈਂ ਉਦੋਂ ਇਹ ਗੱਲ ਕਰਦਾ ਤੇ ਸ਼ਾਇਦ ਸਾਡੇ ਸਿੱਖ ਭਰਾ ਇਸ ਗੱਲ ਨੂੰ ਇੰਨਾ ਤਵੱਜੋ ਨਾ ਦਿੰਦੇ। ਇਹ ਮੈਂ ਗੱਲ ਇਸ ਕਰਕੇ ਕਹਿ ਰਿਹਾ ਹਾਂ ਕਿਉਂਕਿ ਕੁਝ ਸਾਲ ਪਹਿਲਾਂ ਹਰਬੰਸ ਬਿਰਦੀ UK ਤੋਂ ਵੀਰ ਜੀ ਨੇ, ਬਹੁਤ ਹੀ ਪੜ੍ਹੇ ਲਿਖੇ, ਜੋ ਪਿਛਲੇ 60-70 ਸਾਲ ਤੋਂ UK 'ਚ ਰਹਿ ਰਹੇ ਨੇ, ਅੱਜ ਤੋਂ ਕੁਝ ਸਾਲ ਪਹਿਲਾਂ ਅੰਮ੍ਰਿਤਸਰ ਦੇ ਵਿੱਚ ਬਾਮ ਸੈਫ ਨੇ ਬਹੁਤ ਵੱਡਾ ਕਾਰਜਕ੍ਰਮ ਕਰਵਾਇਆ ਸੀ ਔਰ ਬਾਮ ਸੈਫ ਨੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਨਾਲ ਹੱਥ ਮਿਲਾਇਆ ਕਿ ਅਸੀਂ ਤੁਹਾਡੇ ਨਾਲ ਹੱਥ ਮਿਲਾਉਣੇ ਆ, ਤੁਸੀਂ ਖਾਲਿਸਤਾਨ ਦੀ ਮੰਗ ਕਰਦੇ ਹੋ, ਤੇ ਬਾਮ ਸੈਫ ਨੇ ਹੱਥ ਮਿਲਾਇਆ ਕਿ ਅਸੀਂ ਬਾਮ ਸੈਫ ਔਰ ਭਾਰਤ ਦੇ 85% ਭਾਰਤ ਦੇ ਜਿਹੜੇ ਮੂਲ ਨਿਵਾਸੀ ਹੈ ਉਹ ਬੇਗਮਪੁਰਾ ਖਾਲਸਾ ਰਾਜ ਦੀ ਮੰਗ ਕਰਦੇ ਆ, ਬੇਗਮਪੁਰਾ ਵਸਾਉਣ ਦੀ ਗੱਲ ਕਰਦੇ ਆ ਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਬਾਮ ਸੈਫ ਦੇ ਨਾਲ ਹੱਥ ਮਿਲਾਇਆ, ਇੱਕ ਬਹੁਤ ਵੱਡਾ ਸਮਾਗਮ ਕਰਾਇਆ। ਉਸ ਸਮਾਗਮ ਦੇ ਵਿੱਚ ਹਜ਼ਾਰਾਂ ਲੱਖਾਂ ਦੀ ਭੀੜ ਔਰ ਉਸ ਭੀੜ ਦੇ ਵਿੱਚ 700-800 ਸਾਡੇ ਸਿੰਘ ਵੀ ਬੈਠੇ ਸਨ। ਉਹਨਾਂ ਸਿੰਘਾਂ ਦੇ ਵਿੱਚ UK ਤੋਂ ਆਏ ਹਰਬੰਸ ਬਿਰਦੀ ਜੀ ਨੇ ਜਦੋਂ ਆਰਟੀਕਲ 25(2)B ਦੀ ਗੱਲ ਕੀਤੀ ਤੇ ਉੱਥੇ 700-800 ਜਿਹੜੇ ਸਿੰਘ ਬੈਠੇ ਸਨ ਜਾਂ ਲੀਡਰ ਬੈਠੇ ਸਨ, ਉਹਨਾਂ ਨੇ ਉਸ ਗੱਲ ਨੂੰ ਉੱਥੇ ਠੱਪ ਕਰ ਦਿੱਤਾ। ਸਭ ਤੋਂ ਪਹਿਲਾਂ ਦੋਸਤੋ, ਸਿੱਖ ਸੰਗਤ, ਜਿੰਨੀਆਂ ਵੀ ਸਿੱਖ ਸੰਗਤਾਂ ਦੇਖ ਰਹੀਆਂ ਨੇ ਔਰ ਮੇਰੇ ਭਾਰਤ ਦੇ ਮੂਲ ਨਿਵਾਸੀ ਦੋਸਤ ਮਿੱਤਰ ਦੇਖ ਰਹੇ ਆ, ਔਰ ਖਾਸ ਕਰਕੇ
ਮੇਰੇ ਵਿਰੋਧੀ, ਮੈਂ ਆਪਣੇ ਵਿਰੋਧੀਆਂ ਨੂੰ ਵੀ ਨਾਲ ਲੈ ਕੇ ਚੱਲਣਾ ਚਾਹੁੰਦਾ, ਕਿਉਂਕਿ ਇਹਨਾਂ ਦੇ ਬਿਨਾਂ ਗੁਜ਼ਾਰਾ ਨਹੀਂ ਆ। ਮੇਰੇ ਵਿਰੋਧੀਆਂ ਦਾ ਖਾਸ ਕਰਕੇ ਬੜਾ ਜ਼ੋਰ ਲੱਗਾ ਪਿਆ, ਇਹਨਾਂ ਨੂੰ ਵੀ ਸਾਨੂੰ ਪਾਣੀ ਪੂਣੀ ਪੁੱਛਣਾ ਪੈਣਾ, ਕਿਉਂਕਿ ਵਿਰੋਧੀਆਂ ਤੋਂ ਬਿਨਾਂ ਵੀ ਅੱਗੇ ਨਹੀਂ ਅਸੀਂ ਵੱਧ ਸਕਦੇ। ਖਾਸ ਕਰਕੇ ਮੇਰੇ ਵਿਰੋਧੀਓ, ਆਪ ਸਾਰਿਆਂ ਨੂੰ ਮੁਬਾਰਕਾਂ, ਮੇਰੇ ਦੋਸਤਾਂ ਮਿੱਤਰਾਂ ਨੂੰ, ਸਿੱਖ ਸੰਗਤਾਂ ਨੂੰ ਮੁਬਾਰਕਾਂ ਕਿ ਮੈਂ ਖੰਡੇ ਬਾਟੇ ਦੀ ਪੌੜ ਲੈ ਕੇ ਸਿੰਘ ਸਜਿਆ, ਅਕਾਲ ਪੁਰਖ ਜੀ ਦੀ ਕਿਰਪਾ ਹੋਈ ਤੇ ਅਸਲ ਕਲਗੀਧਰ ਗੁਰੂ ਗੋਬਿੰਦ ਸਿੰਘ ਪਿਤਾ ਜੀ ਦਾ ਮੈਂ ਬੇਟਾ ਬਣਿਆ। ਤੇ ਅੱਜ ਮੈਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦਾ ਬੇਟਾ ਬਣ ਕੇ ਤੇ ਬੜਾ ਫਖਰ ਮਹਿਸੂਸ ਕਰ ਰਿਹਾ ਕਿ ਅੱਜ ਮੈਂ ਭਾਰਤ ਦੇ ਸੰਵਿਧਾਨ ਦੀ ਵੀ ਗੱਲ ਕਰੂੰਗਾ, ਜਿੱਥੇ ਮੈਂ ਲੋਕਾਂ ਨੂੰ ਗੁਰਬਾਣੀ ਦੇ ਨਾਲ ਜੋੜਨਾ, ਉਹਦੇ ਨਾਲ ਨਾਲ ਅਸੀਂ ਭਾਰਤ ਦੇ ਸੰਵਿਧਾਨ ਦੀ ਵੀ ਗੱਲ ਕਰਾਂਗੇ ਤੇ ਲੋਕਾਂ ਨੂੰ ਇਸੇ ਤਰੀਕੇ ਨਾਲ ਭਾਰਤ ਦਾ ਸੰਵਿਧਾਨ ਲੋਕਾਂ ਨੂੰ ਪੜ੍ਹਨ ਵਾਸਤੇ ਚੇਤਾਵਾਂਗੇ ਕਿ ਉਹ ਗੁਰਬਾਣੀ ਜਿੱਥੇ ਪੜ੍ਹਨ, ਗੁਰਬਾਣੀ ਦੇ ਨਾਲ ਜੁੜਨ, ਉੱਥੇ ਭਾਰਤ ਦੇ ਸੰਵਿਧਾਨ ਨੂੰ ਵੀ ਪੜ੍ਹਨ। ਕਿਉਂਕਿ ਡਾਕਟਰ ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਜੀ ਨੇ ਜਦੋਂ ਭਾਰਤ ਦਾ ਸੰਵਿਧਾਨ ਲਿਖਿਆ ਸੀ, ਉਹਨਾਂ ਨੇ ਗੁਰਬਾਣੀ ਨੂੰ, ਆਪਣੇ ਮਹਾਂਪੁਰਸ਼ਾਂ ਦੀ ਗੁਰਬਾਣੀ ਨੂੰ ਮੁੱਖ ਰੱਖਦੇ ਹੋਏ, ਬਰਾਬਰਤਾ ਦੀ ਗੱਲ ਕਰਦੇ ਹੋਏ ਭਾਰਤ ਦਾ ਸੰਵਿਧਾਨ ਲਿਖਿਆ। ਉਹਦੇ ਵਿੱਚ ਕਿਸੇ ਦੇ ਨਾਲ ਕੋਈ ਤੇਰ-ਮੇਰ ਨਹੀਂ ਹੋਈ, ਕੋਈ ਹੇਰ-ਫੇਰ ਨਹੀਂ ਹੋਇਆ, ਬਰਾਬਰਤਾ ਦੀ ਗੱਲ ਕੀਤੀ। 26 ਜਨਵਰੀ 1950 ਨੂੰ ਗੁਰਬਾਣੀ ਤੇ ਹੀ ਆਧਾਰਿਤ ਭਾਰਤ ਦਾ ਸੰਵਿਧਾਨ, ਬਰਾਬਰਤਾ ਦੀ ਗੱਲ ਕਰਨ ਵਾਲਾ, ਉਹ ਸਾਨੂੰ ਪੇਸ਼ ਕੀਤਾ। ਤੇ ਅੱਜ ਮੈਨੂੰ ਬੜਾ ਫਖਰ ਮਹਿਸੂਸ ਹੋ ਰਿਹਾ ਹੈ ਕਿ ਮੈਂ ਸਿੰਘ ਸਜ ਕੇ, ਖਾਲਸਾ ਬਣ ਕੇ ਭਾਰਤ ਦੇ ਸੰਵਿਧਾਨ ਦੀ ਆਰਟੀਕਲ 25(2)B ਨੂੰ ਲੈ ਕੇ ਜੋ ਸਾਡੇ ਸਿੱਖ ਭਰਾਵਾਂ ਦੇ ਵਿੱਚ ਜੋ ਮਿਸਅੰਡਰਸਟੈਂਡਿੰਗ ਸੀਗੀਆਂ, ਅੱਜ ਉਹਨਾਂ ਨੂੰ ਅਸੀਂ ਕਲੀਅਰ ਕਰਾਂਗੇ। ਮੈਂ ਸਭ ਤੋਂ ਪਹਿਲਾਂ ਆਪ ਜੀ ਨੂੰ ਦਿਖਾਉਣਾ ਚਾਹੁੰਦਾ ਕਿ ਜਦੋਂ ਬਾਮ ਸੇਫ ਦੀ ਅੰਮ੍ਰਿਤਸਰ ਦੇ ਵਿੱਚ ਕੁਝ ਸਾਲ ਪਹਿਲਾਂ ਮੀਟਿੰਗ ਹੋਈ, ਉਹਦੇ ਵਿੱਚ ਲੱਖਾਂ ਦੀ ਤਾਦਾਦ ਦੇ ਵਿੱਚ ਲੋਕ ਪਹੁੰਚੇ ਔਰ 700-800 ਦੇ ਕਰੀਬ ਉੱਥੇ ਸਿੰਘ ਵੀ ਸਨ ਔਰ ਲੀਡਰ ਵੀ ਬੈਠੇ ਸਨ, ਸਿੱਖਾਂ ਦੇ ਲੀਡਰ ਵੀ ਬੈਠੇ ਸਨ। ਔਰ ਉਹਨਾਂ ਦੇ ਸਾਹਮਣੇ ਕੀ ਗੱਲਬਾत हुई, आओ वो देखिए। मैं पंजाब से हूँ, जो सिख है वो मेरे भाई है, हमारे जीन्स एक है, हमारे DNA एक है, हम मूलवासी हैं। ये ठीक है, काम की वजह से कोई किसी को हमें के मूलवासी के ब्राह्मणों ने लकड़ी का काम दे दिया या किसी को कपड़ा बुनने का काम दिया या खेती का दे दिया, लेकिन हम भाई हैं। जो हमारे सिख भाइयों में बहुत बड़ी मिसअंडरस्टैंडिंग है, क्योंकि मुझे सुनकर दुख होता है। कल भी मैंने एक दो स्पीकरों को सुना, सिख भाइयों को, कि वो RSS की बोली ना जाने क्यों बोलते हैं। अरे भाई जरा बैठ के सोच लो, पढ़ लो, समझ लो और अपनी भाषा बोलो। जो बाहर RSS कहती है वही आप लोगों में कहने लगते हो, स्टेज से कहने लगते हो, ये बात ठीक नहीं है। और जो भारत के कॉन्स्टिट्यूशन में 25 धारा है भी, उसमें बहुत हल्ला गुल्ला होता है, उसको जलाया जाता है, उसको ये कहा जाता है। मेरे पास उसकी कॉपी है, मेरे पढ़ने के बाद भी अगर कोई सिख भाई चाहे तो मैं इसको क्लैरिफाई कर सकता हूँ, क्योंकि उसमें कुछ भी ऐसा नहीं लिखा कि जो सिख है वो हिंदू धर्म का अंग है। आपकी क्लैरिफिकेशन के लिए मैं पढ़ के सुनाता हूँ, और मैंने उसका पंजाबी में ट्रांसलेट किया है। पंजाबी मेरी इतनी अच्छी नहीं है क्योंकि मैं तो 50 साल से लंदन में जाकर बैठा हूँ, लेकिन हम 5-6 लोगों ने उसका पंजाबी में ट्रांसलेट किया है। अगर कोई छोटी मोटी गलती होगी तो आप माफ भी कर सकते हो, हम दुरुस्त कर देंगे। तो जो उसकी 5वीं धारा है, क्या है? प्रोवाइडिंग फॉर सोशल वेलफेयर एंड रिफॉर्म और द थ्रोइंग ओपन हिंदू रिलीजियस इंस्टीट्यूशन ऑफ अ पब्लिक कैरेक्टर टू ऑल क्लासेस एंड सेक्शन ऑफ हिंदूज। इसका क्या मतलब है पंजाबी में? कि समाजिक कल्याण ਅਤੇ ਸਮਾਜ ਸੁਧਾਰ ਦੇ ਲਈ ਹਿੰਦੂਆਂ ਦੀਆਂ ਧਾਰਮਿਕ ਸਥਾਨਾਂ ਨੂੰ ਹਿੰਦੂਆਂ ਦੇ ਸਾਰੇ ਵਰਗਾਂ ਦੇ ਪ੍ਰਵੇਸ਼ ਲਈ ਕੋਈ ਰੋਕਥਾਮ ਨਹੀਂ ਹੋਵੇਗੀ। ਇਹ ਵੀ ਧਾਰਾ ਦੀ। ਔਰ ਬਾਬਾ ਸਾਹਿਬ ਅੱਗੇ ਐਕਸਪਲੇਨ ਕਰਦੇ ਆ, ਦ ਵੇਅਰਿੰਗ ਐਂਡ ਕੈਰਿੰਗ ਆਫ ਕਿਰਪਾਨ। देखो बाबा साहब ने तलवार नहीं लिखा, इंग्लिश का लफ्ज सोड नहीं लिखा, कृपा से बना हुआ किरपान लिखा है। The wearing and carrying of kirpan shall be deemed to be included in the profession of the Sikh religion। सब लिखा है Sikh religion। बाबा साहब वहां सीख के बाद एस लगा के सीख नहीं कर सकते थे, लेकिन उन्होंने स्पेसिफिकली सीख लिखा है। बाहर हिंदी में भी किताब मिलती है, इंग्लिश में भी मिलती है। कॉपी के पैसे मैं देने के लिए तैयार हूँ,
वो ले आओ, क्लैरिफाई मैं करूंगा। और जो एक्सप्लेनेशन उसकी, इसका मतलब मैं पंजाबी में पढ़ के सुना देता हूँ। जो अपने आप को सिख धर्म का हिस्सा मानते हैं उन्होंने किरपान धारण करना ਅਤੇ ਰੱਖਣ ਦਾ हक होगा। ਜਿਹੜੀ एक्सप्लेनेशन 2 आ ਜਿਹੜੀ शायद मेरे ਵੀਰ नहीं समझ पाते। In the sub clause of B for brother of clause 2, the reference to the Hindus shall be construed as including a reference to person professing the Sikh, Jain or Buddhist religion and the reference to Hindu religion institutions shall be construed accordingly। तो पंजाबी में क्या कहा गया है? धारा 25B ਵਿੱਚ ਹਿੰਦੂਆਂ ਨੂੰ ਨਿਰਦੇਸ਼ ਦਾ ਅਰਥ ਇਹ ਲਗਾਇਆ ਜਾਵੇ ਕਿ ਇਸ ਦੀ ਧਾਰਾ ਅੰਦਰ ਸਿੱਖ, ਜੈਨ ਅਤੇ ਬੁੱਧ ਧਰਮ ਨੂੰ ਮੰਨਣ ਵਾਲਿਆਂ ਦੇ ਲਈ ਵੀ ਇਹ ਹੀ ਨਿਰਦੇਸ਼ ਹੈ। ਹਿੰਦੂਆਂ ਦੇ ਧਾਰਮਿਕ ਸਥਾਨਾਂ ਵਾਲੇ ਨਿਰਦੇਸ਼ ਦਾ ਹੂਬਹੂ ਉਸ ਦੀ ਤਰ੍ਹਾਂ ਅਰਥ ਲਗਾਇਆ ਜਾਵੇ। ਤੇ ਸਾਥੀਓ, ਮੇਰੇ ਕੋਲ ਜਿਹੜਾ ਘਰ ਲੰਡਨ ਵਿੱਚ ਕਨਸਟੀਟਿਊਸ਼ਨ ਪਿਆ, ਮੈਂ ਉਹਦਾ ਪੇਜ ਮੈਂ ਲੈ ਕੇ ਆਇਆ। ਜਿੱਦਾਂ ਮੈਂ ਕਿਹਾ ਇੱਥੇ ਵੀ ਮਿਲਦਾ ਆ। अगर कोई साथी चाहे तो जी क्लैरिफिकेशन दे सकते हैं, लेकिन अगर ऐसा होगा कि बाबा साहब ने सिखा हिंदू धर्म का पाठ कहा, लेकिन याद रखना कि बाबा साहब ने बुद्ध ये वीडियो बहुत ही सूझवान बुद्धिजीवी लंदन तो ने हरबंस विरदी जी, जिन्हों ने कुछ साल पहला बाम सैफ की बहुत वड्डी मीटिंग सी अमृतसर दे विच, कट सीगा, हज़ारां लखां की तादाद च उत्थे लोग पहुंचे सन। समागम 2-3 दिन रहा सी। उस समागम दे विच ये पहुंचे सन हरबंस विरदी जी यूके तो, लंडन तो। इन्हां ने सैकड़ों सिंघां दे अगे, सिखां दे अगे और सिख लीडरां दे अगे अपनी ये गल बोली कि भारत के संविधान दे विच किते भी सिखां नूं हिंदुआं दा हिस्सा या हिंदू ये बिल्कुल नहीं लिखा गया। और बहुत जल्द असी आनंद मैरिज एक्ट के उत्ते भी गल करांगे। दिल्ली वालियां ने कोशिश की, स्ट्रगल किया ते दिल्ली वालियां ने आनंद मैरिज एक्ट उत्थे लागू करवा लिया। लेकिन पंजाब दे विच क्यों नहीं हो रहा? क्योंकि पंजाब के जिहड़े लीडर ने वो नकम्मे ने, वो RSS नाल मिले हुए ने और वो बिल्कुल नहीं चाहते कि पंजाब दे विच आनंद मैरिज एक्ट भी लागू किया जाए। एक क्योंकि बहुत सारे वीरां दे शायद कमेंट भी इस नाल रिलेटेड आ रहे हैं, इहदा भी असीं खुलासा करांगे। दिल्ली दे विच लागू हो चुका है, लेकिन पंजाब च क्यों नहीं? क्योंकि पंजाब दे लीडर RSS दियां पार्टियां नाल मिल के, कांग्रेस पार्टी और भारतीय जनता पार्टी BJP, अकाली दल BJP दे नाल मिल के सरकार बनाउंदा पंजाब दे विच, ते कैप्टन साहब वो कांग्रेस दे नाल मिल के ते राज करते हैं पंजाब दे विच। ये लोग साडे सिखा बिल्कुल हूबहू सिखा वर्गे दिखते हैं, पर ये सिख नहीं। ये लोगों की किते ना किते इन्हां दी कमीनापन इन्हां दे अंदर आ कि ये अपने पंजाब दे लोगों नूं गुमराह करते हैं। ते ए मेरे पंजाब वासियों, बहुत सारे पंजाब दे साडे किसान भरा इन्हां नूं सोचते हैं कि बादल साडी जात दा। बहुत सारे साडे किसान भरा इन्हां नूं अपनी जात दा होण करके वोटां पाउंदे आ। बहुत साडे किसान भरा कैप्टन नूं अपनी जात दा समझ के वोटां पाउंदे आ। पर मेरे पंजाब दे किसान भराओ, जंगल दी एक कहावत आ कि जंगल जिहड़ा सी ओह खत्म हो रहा सी ते जंगल दे जिहड़े दरख्त सी ओह ये सोचदे पे सी
ਕਿ ਕੁਲਹਾੜੀ ਦੇ ਵਿੱਚ ਜਿਹੜਾ ਲੱਕੜ ਦਾ ਦਸਤਾ ਆ ਉਹ ਸਾਡਾ ਆ, ਆਪਣਾ। ਲੇਕਿਨ ਉਸ ਜੰਗਲ ਦੇ ਦਰਖਤਾਂ ਨੂੰ ਇਹ ਨਹੀਂ ਪਤਾ ਸੀ ਕਿ ਕੁਲਹਾੜੀ ਦੇ ਵਿੱਚ ਜਿਹੜਾ ਲੱਕੜ ਦਾ ਦਸਤਾ, ਜਿਸ ਨੂੰ ਜੰਗਲ ਦੇ ਦਰਖਤ ਆਪਣਾ ਸਮਝ ਰਹੇ ਸੀ, ਉਹ ਦਸਤਾ ਹੀ ਕੁਲਹਾੜੀ ਦਾ ਸਾਥ ਦੇ ਕੇ ਉਸ ਜੰਗਲ ਨੂੰ ਹੌਲੀ ਹੌਲੀ ਖਤਮ ਕਰ ਰਿਹਾ ਸੀ। ਤੇ ਤੁਸੀਂ ਇਹਨਾਂ ਨੂੰ ਆਪਣੀ ਜਾਤ ਦਾ ਸਮਝ ਕੇ, ਚਾਹੇ ਤੁਸੀਂ ਅਕਾਲੀ ਦਲ ਬਾਦਲ ਨੂੰ, ਅਕਾਲੀ ਪਾਰਟੀ ਨੂੰ ਵੋਟਾਂ ਪਾਉਂਦੇ ਹੋ ਆਪਣੀ ਜਾਤ ਦਾ ਸਮਝ ਕੇ, ਚਾਹੇ ਤੁਸੀਂ ਰਾਜੇ ਨੂੰ ਆਪਣੀ ਜਾਤ ਦਾ ਸਮਝ ਕੇ ਵੋਟਾਂ ਪਾਉਂਦੇ ਹੋ, ਪਰ ਖਤਮ ਕੌਣ ਹੋ ਰਹੇ ਆ? ਤੁਸੀਂ। ਸਾਨੂੰ ਵੀ ਦੁੱਖ ਆ, ਦਰਦ ਆ ਕਿ ਸਾਡੇ ਭਰਾ, ਉਹਨਾਂ ਨੂੰ ਫਾਹੇ ਲੈਣੇ ਪੈ ਰਹੇ ਆ, ਉਹਨਾਂ ਨੂੰ ਸਪਰੇਆਂ ਪੀ ਕੇ ਮਰਨਾ ਪੈ ਰਿਹਾ, ਕਿਉਂਕਿ ਉਹ ਕਰਜ਼ ਦੇ ਵਿੱਚ ਡੁੱਬੇ ਪਏ ਨੇ। ਉਹਨਾਂ ਦੀਆਂ ਧੀਆਂ ਜਵਾਨ ਨੇ, ਪੁੱਤ ਬੇਰੁਜ਼ਗਾਰ ਨੇ, ਨਸ਼ਿਆਂ ਦਾ 6ਵਾਂ ਦਰਿਆ ਵਗ ਰਿਹਾ, ਉਹਦੇ ਵਿੱਚ ਉਹ ਮਰ ਰਹੇ ਨੇ। ਭਰਾਓ, ਅਸੀਂ ਆਪ ਜੀ ਨੂੰ ਸਿਰਫ ਤੁਹਾਡੇ ਸ਼ੁਭ ਚਿੰਤਕ ਆ, ਤੁਹਾਨੂੰ ਜਗਾਉਣਾ ਚਾਹੁੰਦੇ ਆ। ਅਸੀਂ ਕੋਈ ਫਿਰਕਾ ਪ੍ਰਸਤੀ ਜਾਂ ਕੋਈ ਕਿਸੇ ਕਮਿਊਨਿਟੀ ਦੇ ਨਾਲ ਕੋਈ ਨਫ਼ਰਤ ਨਹੀਂ ਅਸੀਂ ਕਰਦੇ। ਹੁਣ ਇਹ ਜੋ ਵੀਡੀਓ ਮੈਂ ਤੁਹਾਨੂੰ ਦਿਖਾਈ ਹੈ ਹਰਬੰਸ ਵਿਰਦੀ ਜੀ ਦੀ, ਜੋ ਯੂਕੇ ਤੋਂ, ਲੰਡਨ ਤੋਂ ਨੇ ਔਰ ਬਾਮ ਸਾਹਿਬ ਦੀ ਮੀਟਿੰਗ ਦੇ ਵਿੱਚ ਆਏ, ਇਹਨਾਂ ਨੇ ਉੱਥੇ ਸ਼ਰੇਆਮ ਲੋਕਾਂ ਦੇ ਸਾਹਮਣੇ, ਹਜ਼ਾਰਾਂ ਲੱਖਾਂ ਦੀ ਤਾਦਾਦ ਦੇ ਵਿੱਚ ਲੋਕ ਉੱਥੇ ਸਨ ਔਰ ਉੱਥੇ 700-800 ਦੇ ਕਰੀਬ ਲੀਡਰਸ਼ਿਪ ਬੈਠੀ ਹੋਈ ਸੀ, ਲੀਡਰ ਸਾਹਿਬਾਨ ਬੈਠੇ ਹੋਏ ਸਨ, ਸਿੱਖਾਂ ਦੇ ਲੀਡਰ ਸਾਹਿਬਾਨ। ਉਹਨਾਂ ਦੇ ਸਾਹਮਣੇ ਗੱਲ ਕੀਤੀ, ਉਹਨਾਂ ਨੇ ਇਸ ਗੱਲ ਨੂੰ ਉੱਥੇ ਹੀ ਠੱਪ ਕਰ ਦਿੱਤਾ, ਨਾ ਕੋਈ ਵਿਰੋਧ ਕੀਤਾ, ਨਾ ਕੋਈ ਸਹਿਮਤੀ ਜਤਾਈ। ਅਗਰ ਸਿੱਖ ਲੀਡਰ ਚਾਹੁੰਦੇ ਤੇ ਉਹ ਹਰਬੰਸ ਵਿਰਦੀ ਜੀ ਦੀ ਇਸ ਗੱਲ ਨੂੰ ਫੜ ਕੇ, ਇਸ ਗੱਲ ਨੂੰ ਸੀਰੀਅਸਲੀ ਲੈਂਦੇ। ਤੇ ਹੁਣ ਤੱਕ ਜੋ ਲੱਖਾਂ ਸਾਡੇ ਬੇਦੋਸ਼ੇ ਸਿੰਘ ਸ਼ਹੀਦ ਹੋਏ ਨੇ ਜਾਂ ਉਹ ਹੋ ਰਹੇ ਨੇ, ਬੇਗਮਪੁਰਾ ਖਾਲਸਾ ਰਾਜ ਤੇ ਖਾਲਿਸਤਾਨ ਦੀ ਮੰਗ ਕਰਦੇ ਹੋਏ ਜਿਹੜੇ ਸ਼ਹੀਦ ਹੋ ਚੁੱਕੇ ਨੇ ਲੱਖਾਂ, ਤੇ ਜੋ ਹੋ ਰਹੇ ਨੇ ਇਸ ਮੰਗ ਨੂੰ ਕਰਦੇ ਹੋਏ, ਔਰ ਜੋ ਜੇਲ੍ਹਾਂ 'ਚ ਬੈਠੇ ਨੇ, ਅਗਰ ਇਹ ਲੀਡਰ, ਇਹਨਾਂ ਦੀ, ਮਾਫ ਕਰਨਾ ਮੈਂ ਇੱਕ ਸ਼ਬਦ ਬੋਲਣਾ ਮੈਨੂੰ ਪੈ ਰਿਹਾ ਹੈ, ਇਹ ਇਹਨਾਂ ਦੀ ਕਮੀਨਗੀ ਹੈ। ਇਹ ਲੀਡਰ ਜਿਹੜੇ ਨੇ, ਇਹ RSS ਨਾਲ ਮਿਲ ਕੇ ਆਪਣੇ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕਰਕੇ ਇਸ ਦੇਸ਼ ਨੂੰ ਹਿੰਦੂ ਰਾਸ਼ਟਰ ਬਣਾਉਣ ਦੀ ਜੋ ਸਾਜ਼ਿਸ਼ ਚੱਲ ਰਹੀ ਹੈ, ਉਹਦੇ ਵਿੱਚ ਸਾਥ ਦੇ ਰਹੇ ਆ ਉਹਨਾਂ ਲੋਕਾਂ ਦਾ, ਜਿਨ੍ਹਾਂ ਨੇ ਦੇ ਨਾਲ ਸਾਡੇ ਸਾਹਿਬੇ ਕਮਾਲ ਕਲਗੀਧਰ ਪਿਤਾ, ਜਿਹੜੇ ਬੇਗਮਪੁਰਾ ਖਾਲਸਾ ਰਾਜ ਦੀ ਸੋਚ ਲੈ ਕੇ ਚੱਲੇ, ਸਾਡੇ ਕਲਗੀਧਰ ਪਿਤਾ ਬੇਗਮਪੁਰਾ ਖਾਲਸਾ ਰਾਜ ਦੀ ਸੋਚ ਲੈ ਕੇ ਚੱਲੇ। ਉਹਨਾਂ ਨੇ 13 ਜੰਗਾਂ ਜਿਨ੍ਹਾਂ ਦੇ ਨਾਲ ਵਿਪਰਵਾਦੀ ਲੋਕਾਂ ਨਾਲ ਲੜੀਆਂ, ਉਹ 13 ਜੰਗਾਂ ਜਿਨ੍ਹਾਂ ਨਾਲ ਲੜੀਆਂ ਵਿਪਰਵਾਦੀ ਲੋਕ, ਉਹ ਹਿੰਦੂ ਰਾਸ਼ਟਰ ਬਣਾਉਣ ਦੇ ਵਿੱਚ ਪੂਰੀ ਤਿਆਰੀ ਕਰ ਰਹੇ ਆ। ਤੇ ਜਿਨ੍ਹਾਂ ਨੇ ਜੰਗਾਂ ਲੜੀਆਂ, ਉਹ ਅੱਜ ਖੁੱਡੇ ਲੈਣ ਤੇ ਨੁਕਰੇ ਲਾਏ ਪਏ ਆ, ਉਹਨਾਂ ਦੇ ਬਾਈਕਾਟ ਕੀਤੇ ਜਾ ਰਹੇ ਆ। ਜਿਹੜੀਆਂ ਮਾਰਸ਼ਲ ਕੌਮਾਂ ਨੇ ਗੁਰੂ ਕਲਗੀਧਰ ਪਿਤਾ ਜੀ ਦਾ ਸਾਥ ਦੇ ਕੇ ਬੇਗਮਪੁਰਾ ਖਾਲਸਾ ਰਾਜ ਜਾਂ ਖਾਲਿਸਤਾਨ ਬਣਾਉਣ ਦੀ ਜੋ ਮੰਗ ਸੋਚ ਲੈ ਕੇ ਚੱਲੇ ਸੀ, ਉਹ ਪੂਰੀ ਕਿਉਂ ਨਹੀਂ ਹੋਈ? ਕਿਉਂਕਿ ਸਾਡੇ ਵਿੱਚੋਂ ਹੀ, ਅਸੀਂ ਜਿਨ੍ਹਾਂ ਨੂੰ ਆਪਣੇ ਸਮਝਦੇ ਆ, ਚਾਹੇ ਉਹ ਅਕਾਲੀ ਦਲ ਪਾਰਟੀ ਨਾਲ ਜੁੜੇ ਆ, ਚਾਹੇ ਉਹ ਪੰਜਾਬ 'ਚ ਕਾਂਗਰਸ ਪਾਰਟੀ, ਮੌਜੂਦਾ ਪਾਰਟੀ ਜੋ ਰਾਜ ਕਰ ਰਹੀ ਹੈ, ਅਸੀਂ ਇਹਨਾਂ ਲੋਕਾਂ ਨੂੰ ਸਮਝਦੇ ਆ ਵੀ ਇਹ ਸਾਡੇ ਨੇ, ਇਹ ਪੱਗਾਂ ਬੰਨ੍ਹਦੇ ਆ। ਪਰ ਤੁਸੀਂ ਸੋਚ ਕੇ ਦੇਖੋ ਵੀਰੋ, ਜਿਹੜੇ ਲੋਕ ਹੱਥ 'ਚ ਗੁਟਕਾ ਸਾਹਿਬ ਫੜ ਕੇ ਔਰ ਦਮਦਮਾ ਸਾਹਿਬ ਵੱਲ ਨੂੰ ਮੂੰਹ ਕਰਕੇ ਤੇ ਕਹਿਣ ਕਿ ਮੈਂ ਇਹਨੂੰ ਇੱਕ ਹਫ਼ਤੇ ਦਾ ਟਾਈਮ ਦੇਵੋ, ਮੈਂ ਨਸ਼ੇ ਦਾ ਲੱਕ ਤੋੜ ਦੇਵਾਂਗਾ, ਅੱਜ ਉਹ ਲੱਕ ਟੁੱਟਿਆ, ਹਜ਼ਾਰਾਂ ਮਾਵਾਂ ਦੇ ਪੁੱਤ ਸ਼ਹੀਦ ਹੋਏ। ਸੋ ਹਰਬੰਸ ਵਿਰਦੀ ਜੀ ਨੇ ਜੋ ਆਰਟੀਕਲ 25(2)B ਦਾ ਖੁਲਾਸਾ ਕੀਤਾ, ਉਹਦੀ ਗੱਲ ਨੂੰ ਤੁਸੀਂ, ਸਾਡੇ ਸਿੱਖਾਂ ਵੀਰਾਂ ਨੇ ਉਹਦੀ ਗੱਲ ਨੂੰ ਤਵੱਜੋ ਕਿਉਂ ਨਹੀਂ ਦਿੱਤੀ? ਕਿਉਂਕਿ ਉਹ ਕੋਨਾ ਮੋਨਾ ਆ, ਉਹ ਕਲੀਨ ਸ਼ੇਵ ਆ, ਇਸ ਕਰਕੇ ਉਹਦੀ ਗੱਲ ਨੂੰ ਤਵੱਜੋ ਨਹੀਂ ਦਿੱਤੀ। ਤੇ ਮੈਂ ਇਸ ਗੱਲ ਦੇ ਇੰਤਜ਼ਾਰ 'ਚ ਸੀ, ਕਈ ਸਾਲ ਹੋ ਚੁੱਕੇ ਸੀ ਮੈਨੂੰ ਇਸ ਵੀਡੀਓ ਨੂੰ ਦੇਖਦੇ ਨੂੰ, ਵੀ ਇੰਨੀ ਵਧੀਆ ਖੁਲਾਸਾ ਕੀਤਾ ਆ ਹਰਬੰਸ ਵਿਰਦੀ ਜੀ ਨੇ ਕੁਝ ਸਾਲ ਪਹਿਲਾਂ, ਤੇ ਇਹਨਾਂ ਦੀ ਗੱਲ ਨੂੰ ਸੀਰੀਅਸਲੀ ਕਿਉਂ ਨਹੀਂ ਲਿਆ ਗਿਆ? ਤੇ ਦੋਸਤੋ, ਮੈਨੂੰ ਇੰਤਜ਼ਾਰ ਸੀ ਕਿ ਮੈਂ ਜਿੱਦਣ ਸਿੰਘ ਸਜਾਂਗਾ, ਖਾਲਸੇ ਦੇ ਰੂਪ ਦੇ ਵਿੱਚ ਆਵਾਂਗਾ, ਔਰ ਸਾਹਿਬੇ ਕਮਾਲ ਕਲਗੀਧਰ ਪਿਤਾ ਜੀ ਦੀ ਸੋਚ, ਬੇਗਮਪੁਰਾ ਖਾਲਸਾ ਰਾਜ ਵਸਾਉਣ ਵਾਲੀ ਜੋ ਸੋਚ ਹੈ, ਉਹਦੇ ਉੱਤੇ ਪਹਿਰਾ ਦਿੰਦੇ ਹੋਏ ਮੈਂ ਆਪਣੇ ਭਾਰਤ ਦੇ ਔਰ ਦੇਸ਼ਾਂ ਵਿਦੇਸ਼ਾਂ ਦੇ ਸਿੱਖਾਂ ਨੂੰ ਮੈਂ ਸਮਝਾਵਾਂਗਾ ਕਿ ਆਰਟੀਕਲ 25(2)B ਕੀ ਹੈ। ਹੁਣ ਤੁਸੀਂ ਹਰਬੰਸ ਵਿਰਦੀ ਜੀ ਦੀ ਗੱਲ ਸੁਣੀ, ਮੈਨੂੰ ਵੀ ਉਹਨਾਂ ਦੀ ਗੱਲ ਸੁਣ ਕੇ ਯਕੀਨ ਨਹੀਂ ਹੋਇਆ
ਮੈਨੂੰ ਵੀ ਲੱਗਿਆ ਹੋ ਸਕਦਾ ਕਿਤੇ ਇਹ ਵੀ ਐਵੇਂ ਬੋਲ ਰਹੇ ਹੋਣ। ਫਿਰ ਮੈਂ ਕੌਨਸਟੀਟਿਊਸ਼ਨ ਲੈ ਕੇ ਆਇਆ। ਇਹ ਮੇਰੇ ਕੋਲ ਸੰਵਿਧਾਨ ਹੈ ਜੀ, ਕੌਨਸਟੀਟਿਊਸ਼ਨ ਆਫ ਇੰਡੀਆ। ਇਹ ਮੈਂ ਸੰਵਿਧਾਨ ਲੈ ਕੇ ਆਇਆ, ਇਸ ਸੰਵਿਧਾਨ ਨੂੰ ਪੜ੍ਹਿਆ ਔਰ ਇਸ ਸੰਵਿਧਾਨ ਦੇ 92 ਪੇਜ ਦੇ ਉੱਤੇ ਭਾਰਤ ਦਾ ਸੰਵਿਧਾਨ ਲੈ ਕੇ ਆਂਦਾ। ਇਹ ਕੌਨਸਟੀਟਿਊਸ਼ਨ ਆਫ ਇੰਡੀਆ PM ਬਖਸ਼ੀ, ਉਹਨਾਂ ਨੇ ਇਸ ਨੂੰ ਮਤਲਬ ਛੋਟਾ ਕਰਕੇ ਤੇ ਦੁਨੀਆ ਦੇ ਸਾਹਮਣੇ ਪੇਸ਼ ਕੀਤਾ ਤਾਂ ਕਿ ਇਹਨੂੰ ਹਰ ਕੋਈ ਪੜ੍ਹ ਸਕੇ। ਰਾਈਟ, ਇਸ ਦੇ 92 ਪੇਜ ਦੇ ਉੱਤੇ ਆਰਟੀਕਲ 25 ਕੀ ਹੈ? ਜੋ ਸਿੱਖ ਲੀਡਰਾਂ ਨੇ ਆਪਣੀ ਗੰਦੀ ਔਰ ਘਟੀਆ ਸੋਚ ਲੈ ਕੇ ਚੱਲਦੇ ਰਹੇ, ਜਿਹੜੇ RSS ਨਾਲ ਮਿਲ ਕੇ ਇਸ ਦੇਸ਼ ਨੂੰ ਹਿੰਦੂ ਰਾਸ਼ਟਰ ਬਣਾਉਣ ਦੇ ਉੱਤੇ ਤੁਲੇ ਹੋਏ ਨੇ, ਉਹਨਾਂ ਨੂੰ ਪਤਾ ਹੈ ਇਸ ਗੱਲ ਦਾ ਕਿ ਭਾਰਤ ਦੇ ਸੰਵਿਧਾਨ ਦੇ ਵਿੱਚ ਕਿਤੇ ਵੀ ਡਾਕਟਰ BR ਅੰਬੇਡਕਰ ਨੇ ਸਿੱਖਾਂ ਨੂੰ ਹਿੰਦੂਆਂ ਦਾ ਹਿੱਸਾ ਬਿਲਕੁਲ ਨਹੀਂ ਦੱਸਿਆ ਔਰ ਕਿਤੇ ਵੀ ਸਿੱਖਾਂ ਨੂੰ ਹਿੰਦੂ ਨਹੀਂ ਕਿਹਾ ਇਹਦੇ ਵਿੱਚ। ਔਰ ਮੈਂ ਭਾਰਤ ਦੇ ਸੰਵਿਧਾਨ ਦੀ ਕਾਪੀ ਪੜ੍ਹ ਕੇ ਆਪ ਜੀ ਨੂੰ ਦੱਸਣਾ ਚਾਹੁੰਦਾ ਹਾਂ। ਇਹ ਇੰਗਲਿਸ਼ ਦੇ ਵਿੱਚ ਹੈ ਜੀ ਮੇਰੇ ਕੋਲ। ਸੋ ਆਰਟੀਕਲ 25B, ਇਹਦੇ ਵਿੱਚ ਦੋ ਕਲਾਸ ਨੇ 1 ਔਰ 2। ਆਰਟੀਕਲ 25B, providing for social welfare and reform or the throwing open of Hindu religious institutions of a public character to all classes and sections of Hindus. ਇਹਦਾ ਆਰਟੀਕਲ 25B ਹੈ, ਇਹਦਾ ਕਲਾਸ 1 ਮੈਂ ਪੜ੍ਹ ਕੇ ਉਹਦਾ ਐਕਸਪਲੇਨੇਸ਼ਨ ਕਰ ਰਿਹਾ। The wearing and carrying of kirpans. The wearing and carrying of kirpans shall be deemed to be included in the profession of the Sikh religion. ਇੱਥੇ ਇੱਕ ਗੌਰ ਕਰਨ ਵਾਲੀ ਗੱਲ ਹੈ, ਡਾਕਟਰ ਭੀਮਰਾਓ ਅੰਬੇਡਕਰ ਜੀ ਇੱਥੇ ਸਿੱਖਸ ਐਸ ਲਗਾ ਕੇ ਸਿੱਖਸ ਰਿਲੀਜਨ ਵੀ ਕਰ ਸਕਦੇ ਸੀ ਔਰ ਇੱਥੇ ਕਿਰਪਾਨ ਲਿਖਿਆ ਹੈ, ਇੱਥੇ ਕਿਰਪਾਨ ਲਿਖਿਆ ਹੈ। The wearing and carrying of kirpans shall be deemed to be included in the profession of the Sikh religion. ਇੱਥੇ ਕਿਰਪਾਨ ਲਿਖਿਆ ਕਿਉਂਕਿ ਕਲਗੀਧਰ ਸਾਹਿਬੇ ਕਮਾਲ ਕਲਗੀਧਰ ਪਿਤਾ ਜੀ ਨੇ ਸਾਨੂੰ ਕਿਰਪਾਨ ਆਪਣੀ ਕਿਰਪਾ ਦੇ ਨਾਲ, ਆਪਣੀ ਆਨ ਬਾਨ, ਗਊ ਗਰੀਬ ਦੀ ਰੱਖਿਆ ਵਾਸਤੇ ਜੋ ਆਪਣੀ ਕਿਰਪਾ ਦੇ ਨਾਲ ਜੋ ਬਖਸ਼ਿਸ਼ ਕੀਤੀ ਹੈ ਉਹ ਕਿਰਪਾਨ ਹੈ। ਅਗਰ ਡਾਕਟਰ ਅੰਬੇਡਕਰ ਚਾਹੁੰਦੇ ਇਹ ਸੰਵਿਧਾਨ ਇੰਗਲਿਸ਼ 'ਚ ਲਿਖਿਆ ਗਿਆ ਤੇ ਇਸ ਨੂੰ ਸਵੋਰਡ, ਤਲਵਾਰ, ਸਵੋਰਡ, ਇੰਗਲਿਸ਼ ਦੇ ਵਿੱਚ ਇਹਨੂੰ ਸਵੋਰਡ ਵੀ ਲਿਖ ਸਕਦੇ ਸੀ, ਬਟ ਨਹੀਂ, ਉਹਨਾਂ ਨੇ ਕਿਰਪਾਨ ਲਿਖਿਆ ਮਰਿਆਦਾ ਨੂੰ ਸਮਝਦੇ ਹੋਏ, ਸਿੱਖਾਂ ਦੀ ਧਾਰਮਿਕ ਭਾਵਨਾ ਨੂੰ ਸਮਝਦੇ ਹੋਏ ਇੱਥੇ ਕਿਰਪਾਨ ਲਿਖਿਆ। ਇਹਦਾ ਹੁਣ ਕਲਾਸ 2 ਦੇ ਵਿੱਚ ਚੱਲਦੇ ਆ। ਕਲਾਸ 2 in sub clause B of class 2, the reference to Hindus shall be construed. ਇੱਥੇ ਇੱਕ ਸ਼ਬਦ ਜਿਹੜਾ ਆ ਉਹ ਧਿਆਨ ਦੇਣਾ। The reference to Hindus shall be construed as including a reference to persons professing the Sikh, Jain or Buddhist
religion and the reference to Hindu religious institution shall be construed accordingly। ਹੁਣ ਇਹਦੀ ਮੈਂ ਪੰਜਾਬੀ ਦੇ ਵਿੱਚ ਤੁਹਾਨੂੰ ਐਕਸਪਲੇਨੇਸ਼ਨ ਕਰਦਾ ਆ। ਇਹ ਜੋ ਸ਼ਬਦ ਮੈਂ ਇੰਗਲਿਸ਼ 'ਚ ਬੋਲੇ ਆ ਇਹ ਹੂਬਹੂ ਭਾਰਤ ਦੇ ਸੰਵਿਧਾਨ 'ਚ ਲਿਖੇ ਆ। ਇਹਦੇ ਵਿੱਚ ਕੀ ਲਿਖਿਆ ਗਿਆ ਹੈ? ਸਮਾਜਿਕ ਕਲਿਆਣ ਅਤੇ ਸਮਾਜਿਕ ਸੁਧਾਰ ਦੇ ਲਈ ਹਿੰਦੂਆਂ ਦੀਆਂ ਧਾਰਮਿਕ ਸਥਾਨਾਂ, ਇੱਕ ਵਾਰੀ ਫੇਰ ਰਿਪੀਟ ਕਰ ਦਵਾਂ, ਸਮਾਜਿਕ ਕਲਿਆਣ ਅਤੇ ਸਮਾਜਿਕ ਸੁਧਾਰ ਦੇ ਲਈ ਹਿੰਦੂਆਂ ਦੀਆਂ ਧਾਰਮਿਕ ਸਥਾਨਾਂ ਨੂੰ ਹਿੰਦੂਆਂ ਦੇ ਸਾਰੇ ਵਰਗਾਂ ਦੇ ਪ੍ਰਵੇਸ਼ ਲਈ ਕੋਈ ਰੋਕਥਾਮ ਨਹੀਂ ਹੋਵੇਗੀ। ਮੈਂ ਥੋੜਾ ਜਿਹਾ ਈਜ਼ੀ ਕਰਕੇ ਤੁਹਾਨੂੰ ਸਮਝਾ ਦੇਵਾਂ। ਇਸ ਸੈਕਸ਼ਨ ਦੇ ਵਿੱਚ ਕੀ ਲਿਖਿਆ ਆ ਆਰਟੀਕਲ 25 ਦੇ ਵਿੱਚ ਕਿ ਸਮਾਜਿਕ ਕਲਿਆਣ ਅਤੇ ਸਮਾਜਿਕ ਸੁਧਾਰ ਦੇ ਲਈ ਹਿੰਦੂਆਂ ਦੇ ਜਿੰਨੇ ਵੀ ਧਾਰਮਿਕ ਸੰਸਥਾਵਾਂ ਹਨ, ਯਾਨੀ ਉਹਨਾਂ ਦੇ ਮੰਦਰ ਹਨ ਜਾਂ ਉਹਨਾਂ ਦੀਆਂ ਧਾਰਮਿਕ ਇੰਸਟੀਟਿਊਸ਼ਨ ਨੇ, ਸੰਸਥਾਵਾਂ ਨੇ, ਉਹਨਾਂ ਸੰਸਥਾਵਾਂ ਨੂੰ ਹਿੰਦੂਆਂ ਦੇ ਸਾਰੇ ਵਰਗਾਂ ਦੇ ਪ੍ਰਵੇਸ਼ ਦੇ ਲਈ। ਇੱਥੇ ਮੈਂ ਕਿਉਂ ਗੱਲ ਇਹ ਬੋਲ ਰਿਹਾ, ਬਾਬਾ ਸਾਹਿਬ ਨੇ ਕਿਉਂ ਗੱਲ ਲਿਖੀ ਸੀ? ਹਿੰਦੂਆਂ ਦੇ ਸਾਰੇ ਵਰਗ ਕਿਹੜੇ? ਜਿਨ੍ਹਾਂ ਨੂੰ ਵਿਪਰ, ਬ੍ਰਾਹਮਣ, ਸ਼ੂਦਰ ਕਹਿੰਦਾ ਆ, ਤੇ ਪੁਰਾਣਿਆਂ ਜ਼ਮਾਨਿਆਂ ਦੇ ਵਿੱਚ ਉਹਨਾਂ ਨੂੰ ਮੰਦਰਾਂ 'ਚ ਨਹੀਂ ਵੜਨ ਦਿੱਤਾ ਜਾਂਦਾ ਸੀ। ਸ਼ੂਦਰਾਂ ਦਾ ਪ੍ਰਵੇਸ਼ ਅੱਜ ਵੀ ਸਾਊਥ ਦੇ ਬਹੁਤ ਸਾਰੇ ਗੁਰਦੁਆਰਿਆਂ ਦੇ ਮੰਦਰਾਂ ਦੇ ਵਿੱਚ, ਮਾਫੀ ਚਾਹੁੰਦਾ, ਸਾਊਥ ਦੇ ਬਹੁਤ ਸਾਰੇ ਮੰਦਰਾਂ ਦੇ ਵਿੱਚ ਸ਼ੂਦਰਾਂ ਦਾ ਪ੍ਰਵੇਸ਼ ਨਹੀਂ ਹੈ। ਔਰ ਪਿੱਛੇ ਜੇ ਇੱਕ ਬਹੁਤ ਵੱਡੀ ਖਬਰ ਆਈ ਸੀ ਜਦੋਂ ਸਾਊਥ ਦੇ ਇੱਕ ਮੰਦਰ ਦੇ ਵਿੱਚ ਸਾਡੇ ਭਾਰਤ ਦੇ ਪ੍ਰੈਜ਼ੀਡੈਂਟ, ਰਾਸ਼ਟਰਪਤੀ ਕੇ ਗੋਬਿੰਦ ਜੀ ਜਦੋਂ ਪੂਜਾ ਕਰਨ ਗਏ ਤੇ ਉਸ ਮੰਦਰ ਨੂੰ ਰਾਸ਼ਟਰਪਤੀ ਦੇ ਪੂਜਾ ਕਰਨ ਤੋਂ ਬਾਅਦ ਧੋਤਾ ਗਿਆ, ਕਿਉਂਕਿ ਉਹਨਾਂ ਨੂੰ ਪਤਾ ਸੀ ਵੀ ਇਹ ਰਾਸ਼ਟਰਪਤੀ ਦਲਿਤ ਸਮਾਜ ਦੇ ਵਿੱਚੋਂ ਆ। ਸੋ ਦਲਿਤ ਸਮਾਜ ਜਿਨ੍ਹਾਂ ਨੂੰ ਹਿੰਦੂ ਵਿਪਰ ਜਿਹੜਾ ਆ, ਬ੍ਰਾਹਮਣ ਜਿਹੜਾ ਆ, ਉਹ ਆਪਣਾ ਹਿੱਸਾ ਸਮਝਦਾ ਆ, ਸ਼ੂਦਰ, ਉਹਨਾਂ ਨੂੰ ਮੰਦਰਾਂ 'ਚ ਜਦੋਂ ਨਹੀਂ ਵੜਨ ਦਿੱਤਾ ਜਾਂਦਾ ਤੇ ਇੱਥੇ ਇਸ ਆਰਟੀਕਲ 25 ਦੇ ਵਿੱਚ ਕੀ ਲਿਖਿਆ ਹੈ? ਸਮਾਜਿਕ ਕਲਿਆਣ ਅਤੇ ਸਮਾਜਿਕ ਸੁਧਾਰ ਦੇ ਲਈ ਹਿੰਦੂਆਂ ਦੀਆਂ ਧਾਰਮਿਕ ਸਥਾਨਾਂ ਨੂੰ ਹਿੰਦੂਆਂ ਦੇ ਸਾਰੇ ਵਰਗਾਂ ਦੇ, ਹਿੰਦੂਆਂ ਦੇ ਸਾਰੇ ਵਰਗ ਕਿਹੜੇ? ਜਿਨ੍ਹਾਂ ਨੂੰ ਨੀਵੀਆਂ ਜਾਤਾਂ ਕਿਹਾ ਜਾਂਦਾ ਆ, ਛੋਟੀਆਂ ਜਾਤਾਂ ਕਿਹਾ ਜਾਂਦਾ ਆ, ਉਹਨਾਂ ਨੂੰ ਹਿੰਦੂ ਵੀ ਕਿਹਾ ਜਾਂਦਾ ਆ, ਲੇਕਿਨ ਉਹਨਾਂ ਨੂੰ ਨੀਵੀਆਂ ਜਾਤਾਂ ਕਹਿ ਕੇ ਉਹਨਾਂ ਨੂੰ ਮੰਦਰਾਂ 'ਚ ਵੜਨ ਤੋਂ ਰੋਕਿਆ ਜਾਂਦਾ। ਬਾਬਾ ਸਾਹਿਬ ਨੇ ਲਿਖਿਆ ਹੈ ਕਿ ਹਿੰਦੂਆਂ ਦੇ ਸਾਰੇ ਵਰਗਾਂ ਦੇ ਪ੍ਰਵੇਸ਼ ਲਈ ਕੋਈ ਰੋਕਥਾਮ ਨਹੀਂ ਹੋਵੇਗੀ, ਯਾਨੀ ਸਖਤੀ ਦੇ ਨਾਲ ਉਹਨਾਂ ਮੰਦਰਾਂ ਨੂੰ ਕਾਨੂੰਨ ਦੀ ਪਾਲਣਾ ਕਰਦੇ ਹੋਏ ਕਿਸੇ ਨੂੰ ਵੀ ਉੱਥੋਂ ਮੰਦਰ ਆਉਣ ਦੇ ਵਿੱਚ ਕਿਸੇ ਨੂੰ ਰੋਕਿਆ ਨਹੀਂ ਜਾ ਸਕਦਾ। ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਜੀ ਨੇ ਇਹ ਗੱਲ ਲਿਖੀ ਹੈ। ਅੱਛਾ, ਹੁਣ ਆਪਾਂ ਕਿਰਪਾਨ ਦੀ ਗੱਲ ਕਰੀਏ। ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਜੀ ਲਿਖਦੇ ਹਨ, ਜੋ ਮੈਂ ਇੰਗਲਿਸ਼ ਦੇ ਵਿੱਚ ਪਹਿਲਾਂ ਪੜ੍ਹ ਚੁੱਕਾ ਹਾਂ, ਦ ਵੇਅਰਿੰਗ ਐਂਡ ਕੈਰਿੰਗ ਆਫ ਕਿਰਪਾਨਸ, ਰਾਈਟ, ਜੋ ਆਪਣੇ ਆਪ ਨੂੰ ਸਿੱਖਾਂ ਦਾ ਹਿੱਸਾ ਮੰਨਦੇ ਹਨ, ਜੋ ਆਪਣੇ ਆਪ ਨੂੰ ਸਿੱਖਾਂ ਦਾ ਹਿੱਸਾ ਮੰਨਦੇ ਹਨ, ਉਹਨਾਂ ਨੂੰ ਕਿਰਪਾਨ ਧਾਰਨ ਕਰਨ। ਇਹ ਕਿਰਪਾਨ ਆ ਜੋ ਸ੍ਰੀ ਸਾਹਿਬ ਆਇਆ, ਜੋ ਆਪਣੇ ਆਪ ਨੂੰ ਸਿੱਖਾਂ ਦਾ ਹਿੱਸਾ ਮੰਨਦੇ ਹਨ, ਉਹਨਾਂ ਨੂੰ ਕਿਰਪਾਨ ਧਾਰਨ ਕਰਨ ਅਤੇ ਨਾਲ ਰੱਖਣ ਦਾ ਹੱਕ ਹੋਵੇਗਾ। ਯਾਨੀ ਅਗਰ ਖਾਲੀ ਇਹ ਲਿਖਿਆ ਹੁੰਦਾ ਕਿ ਇਹ ਸਿਰਫ ਕਿਰਪਾਨ ਧਾਰਨ ਕਰ ਸਕਦੇ ਆ ਤੇ ਸਾਡੇ ਸਿੱਖਾਂ ਦੇ ਉੱਤੇ ਬਹੁਤ ਵੱਡੀ ਪਾਬੰਦੀ ਲਾ ਦੇਣੀ ਸੀ ਇਹਨਾਂ ਲੋਕਾਂ ਨੇ, ਵਿਪਰਵਾਦੀ ਲੋਕਾਂ ਨੇ, ਇਹਨਾਂ ਮਨੂਵਾਦੀ ਲੋਕਾਂ ਨੇ, RSS ਦੇ ਲੋਕਾਂ ਨੇ, ਵੀ ਤੁਸੀਂ ਇਹ ਕਿਰਪਾਨ ਜਿਹੜੀ ਹੈ ਘਰ ਦੇ ਵਿੱਚ ਹੀ ਪਾ ਕੇ ਰੱਖੋ। ਇੱਥੇ ਕੀ ਲਿਖਿਆ ਹੈ ਕਨਸਟੀਟਿਊਸ਼ਨ ਦੇ ਵਿੱਚ? ਉਹਨਾਂ ਨੂੰ ਜੋ ਆਪਣੇ ਆਪ ਨੂੰ ਸਿੱਖਾਂ ਦਾ ਹਿੱਸਾ ਮੰਨਦੇ ਹਨ, ਉਹਨਾਂ ਨੂੰ ਕਿਰਪਾਨ ਧਾਰਨ ਕਰਨ ਅਤੇ ਨਾਲ ਰੱਖਣ ਦਾ ਹੱਕ ਹੋਵੇਗਾ। ਕਨਸਟੀਟਿਊਸ਼ਨ ਦੇ ਵਿੱਚ ਇਹ ਲਿਖਿਆ ਹੋਇਆ। ਜੋ ਹਿੰਦੂਆਂ ਨੂੰ ਨਿਰਦੇਸ਼ ਹਨ
ਯਾਨੀ ਉੱਪਰ ਜੋ ਮੈਂ ਪੜ੍ਹ ਕੇ ਹਟਿਆ ਕਿ ਸਮਾਜਿਕ ਕਲਿਆਣ ਅਤੇ ਸਮਾਜਿਕ ਸੁਧਾਰ ਦੇ ਲਈ ਹਿੰਦੂਆਂ ਦਿਆਂ ਧਾਰਮਿਕ ਸਥਾਨਾਂ ਨੂੰ ਹਿੰਦੂਆਂ ਦੇ ਸਾਰੇ ਵਰਗਾਂ ਦੇ ਪ੍ਰਵੇਸ਼ ਲਈ ਕੋਈ ਰੋਕਥਾਮ ਨਹੀਂ ਹੋਵੇਗੀ, ਕਿਉਂਕਿ ਵਿਪਰ ਜੋ ਹੈ ਸਾਊਥ ਦੇ ਮੰਦਰਾਂ ਦੇ ਵਿੱਚ ਛੋਟੀਆਂ ਜਾਤਾਂ ਵਾਲਿਆਂ ਨੂੰ ਵੜਨ ਨਹੀਂ ਦਿੰਦਾ। ਹੁਣ ਸੰਵਿਧਾਨ ਦੇ ਅਗਲੇ ਪਾਸੇ ਕੀ ਲਿਖਿਆ ਹੈ? ਜੋ ਹਿੰਦੂਆਂ ਨੂੰ ਨਿਰਦੇਸ਼ ਹਨ ਇਹ ਵਾਲੇ ਕਿ ਕੋਈ ਰੋਕਥਾਮ ਨਹੀਂ ਕਰੇਗਾ, ਕੋਈ ਵੀ ਹਿੰਦੂ ਰੋਕ ਨਹੀਂ ਸਕਦਾ ਕਾਨੂੰਨਨ ਤੌਰ ਦੇ ਉੱਤੇ। ਜੋ ਹਿੰਦੂਆਂ ਨੂੰ ਨਿਰਦੇਸ਼ ਹਨ ਉਹੀ ਨਿਰਦੇਸ਼ ਸਿੱਖ ਬੋਧੀ ਜੈਨੀ ਇਹਨਾਂ ਦੇ ਧਰਮਾਂ ਤੇ ਵੀ ਲਾਗੂ ਹੁੰਦਾ ਹੈ। ਯਾਨੀ ਜੋ ਨਿਰਦੇਸ਼ ਹਿੰਦੂਆਂ ਨੂੰ ਹਨ ਕਿ ਉਹ ਆਪਣੇ ਹਿੰਦੂਆਂ ਦੇ ਛੋਟੀਆਂ ਜਾਤਾਂ ਵਾਲੇ ਵਰਗਾਂ ਨੂੰ ਮੰਦਰਾਂ 'ਚ ਜਿਵੇਂ ਵੜਨ ਨਹੀਂ ਦਿੰਦੇ, ਉਹਨਾਂ ਨੂੰ ਕੋਈ ਕਾਨੂੰਨ ਅਧਿਕਾਰ ਨਹੀਂ ਹੋਏਗਾ ਕਿ ਉਹ ਮੰਦਰਾਂ 'ਚ ਨਾ ਜਾਣ ਦੇਣ। ਇਹ ਮਰਜ਼ੀ ਹੈ, ਕੋਈ ਵੀ ਜਾ ਸਕਦਾ। ਜਿਨ੍ਹਾਂ ਨੂੰ ਛੋਟੀਆਂ ਜਾਤਾਂ ਕਿਹਾ ਜਾਂਦਾ ਹਿੰਦੂਆਂ ਦੇ ਵਿੱਚ ਵੀ, ਉਹ ਵੀ ਜਾ ਸਕਦੇ ਆ ਕਾਨੂੰਨਨ ਤੌਰ ਦੇ ਉੱਤੇ। ਇਸੇ ਤਰ੍ਹਾਂ ਇਸ ਆਰਟੀਕਲ ਦੇ ਵਿੱਚ ਲਿਖਿਆ ਹੈ ਕਿ ਇਹ ਨਿਰਦੇਸ਼ ਹਿੰਦੂਆਂ ਨੂੰ ਵੀ ਹੈ ਕਾਨੂੰਨਨ ਕਿ ਰੋਕ ਨਹੀਂ ਸਕਦਾ ਕੋਈ ਕਿਸੇ ਨੂੰ ਧਾਰਮਿਕ ਸਥਾਨ ਤੋਂ। ਇਹੀ ਨਿਰਦੇਸ਼ ਸਿੱਖ ਹੁਣ ਇੱਥੇ ਗੱਲ ਨੋਟ ਕਰਨੀ ਹੈ ਕਿ ਬਹੁਤ ਸਾਰੇ ਪਿੰਡਾਂ ਦੇ ਵਿੱਚ 2-2 3-3 ਗੁਰਦੁਆਰੇ ਗੁਰੂ ਘਰ ਕਿਉਂ ਬਣ ਗਏ? ਕਿਉਂਕਿ ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਜੀ ਨੇ ਦੇਖਿਆ ਕਿ ਗਿਆਨੀ ਦਿੱਤ ਸਿੰਘ ਜੀ ਦੇ ਨਾਲ ਵੀ ਵਿਤਕਰਾ ਹੋਇਆ ਸੀ। ਗਿਆਨੀ ਦਿੱਤ ਸਿੰਘ ਜੀ ਨੂੰ ਵੀ ਦੇਗ ਪ੍ਰਸ਼ਾਦ ਦੇਣ ਦੇ ਲਈ ਜੋੜਾ ਘਰ ਦੇ ਕੋਲ ਬਿਠਾਇਆ ਗਿਆ ਸੀ ਔਰ ਉਹਨਾਂ ਨੂੰ ਦੇਗ ਬਹੁਤ ਉੱਪਰੋਂ ਕਰਕੇ ਦਿੱਤੀ ਜਾਂਦੀ ਸੀ, ਜਿਨ੍ਹਾਂ ਨੇ ਸਿੱਖੀ ਨੂੰ ਬਹੁਤ ਅੱਗੇ ਤੱਕ ਲੈ ਕੇ ਗਏ, ਗਿਆਨੀ ਦਿੱਤ ਸਿੰਘ ਜੀ। ਤੇ ਬਾਬਾ ਸਾਹਿਬ ਜੀ ਨੇ ਦੇਖਿਆ ਵੀ ਇਹੀ ਕੰਮ ਸਿੱਖਾਂ ਦੇ ਵਿੱਚ ਵੀ ਹੈ। ਗੁਰਦੁਆਰਿਆਂ ਦੇ ਵਿੱਚ ਕਿਸੇ ਨੂੰ ਪ੍ਰਵੇਸ਼ ਨਾ ਕਰਨ ਦੇਣਾ ਛੋਟੀ ਜਾਤ ਦਾ ਕਹਿ ਕੇ, ਜਿਸ ਵਜ੍ਹਾ ਕਰਕੇ ਗਰੀਬ ਸਿੱਖਾਂ ਨੂੰ ਆਪਣੇ ਆਪਣੇ ਗੁਰਦੁਆਰੇ ਵੱਖਰੇ ਬਣਾਉਣੇ ਪੈਂਦੇ ਆ ਪਿੰਡ ਦੇ ਵਿੱਚ, ਜਿਹਦੇ ਕਰਕੇ 2-2 3-3 ਗੁਰਦੁਆਰੇ ਨੇ। ਆਹ ਕਿਹਦਾ ਗੁਰਦੁਆਰਾ ਜੀ? ਇਹ ਜੱਟਾਂ ਦਾ ਗੁਰਦੁਆਰਾ। ਆਹ ਕਿਹਦਾ ਜੀ? ਇਹ ਮਜ਼੍ਹਬੀ ਸਿੱਖਾਂ ਦਾ ਗੁਰਦੁਆਰਾ। ਆਹ ਕਿਹਦਾ ਜੀ? ਇਹ ਰਵਿਦਾਸੀਏ ਸਿੱਖਾਂ ਦਾ ਗੁਰਦੁਆਰਾ। ਇਹ 3-3 ਗੁਰਦੁਆਰੇ ਬਣੇ ਆ। ਇਹ ਭਾਰਤ ਦੇ ਸੰਵਿਧਾਨ ਦੇ ਵਿੱਚ ਆਰਟੀਕਲ 25(2)B ਦੇ ਵਿੱਚ ਇਹ ਨਿਰਦੇਸ਼ ਹੈ ਕਾਨੂੰਨ ਵੱਲੋਂ ਵੀ ਕੋਈ ਵੀ ਹਿੰਦੂ ਆਪਣੇ ਕਿਸੇ ਵੀ ਧਾਰਮਿਕ ਸੰਸਥਾਨ ਦੇ ਵਿੱਚ ਕਿਸੇ ਛੋਟੀ ਜਾਤੀ ਦੇ ਨੂੰ ਰੋਕ ਨਹੀਂ ਸਕਦਾ। ਉਸੇ ਤਰ੍ਹਾਂ ਉਹੀ ਨਿਰਦੇਸ਼ ਸਿੱਖਾਂ ਨੂੰ ਵੀ ਆ ਕਿ ਉਹ ਕਿਸੇ ਗੁਰਦੁਆਰੇ ਦੇ ਵਿੱਚ, ਪਿੰਡਾਂ ਦੇ ਵਿੱਚ ਜੋ ਵੀ ਗੁਰਦੁਆਰੇ ਹਨ ਉੱਥੇ ਕਿਸੇ ਵੀ ਜਾਤ ਦੇ, ਕਿਉਂਕਿ ਸਿੱਖਾਂ ਦੇ ਵਿੱਚ ਇੱਕ ਗੱਲ ਕਹੀ ਜਾਂਦੀ ਹੈ ਸਿੱਖਾਂ 'ਚ ਜਾਤ ਪਾਤ ਹੈ ਨਹੀਂ, ਲੇਕਿਨ ਇਸ ਗੱਲ ਦਾ ਦੁੱਖ ਹੈ ਕਿ ਇੱਥੇ ਵੀ ਜਾਤ ਪਾਤ ਆ। ਮੈਨੂੰ ਅੱਜ ਦਿਖਾਓ ਪਿੰਡ ਦੇ ਵਿੱਚ ਕਿੱਥੇ ਸਿੱਖ ਰਹਿੰਦੇ ਆ। ਅਗਰ ਅਸਲ ਸਿੱਖ ਪਿੰਡ ਦੇ ਵਿੱਚ ਰਹਿੰਦੇ ਹੋਣ ਤੇ ਗੁਰਦੁਆਰਾ ਇੱਕ ਹੋਵੇ। ਪਿੰਡਾਂ ਦੇ ਵਿੱਚ ਰਹਿੰਦੇ ਆ ਜੱਟ, ਪਿੰਡਾਂ ਦੇ ਵਿੱਚ ਰਹਿੰਦੇ ਆ ਵਿਪਰ ਦੁਆਰਾ ਕਹੇ ਜਾਣ ਵਾਲੀਆਂ ਜਾਤਾਂ, ਸ਼ੂਦਰ ਵਿਪਰ ਦੁਆਰਾ ਕਹੇ ਜਾਣ ਵਾਲੇ। ਆਹ ਕੌਣ ਹੈ ਜੀ? ਆਹ ਰਵਿਦਾਸੀ ਹੈ ਜੀ। ਆਹ ਕੌਣ ਹੈ ਜੀ? ਆਹ ਮਜ਼੍ਹਬੀ ਹੈ ਜੀ। ਆਹ ਕੌਣ ਹੈ ਜੀ? ਆਹ ਜੱਟ ਹੈ ਜੀ। ਪਿੰਡਾਂ ਦੇ ਵਿੱਚ ਇਹ ਲੋਕ ਰਹਿੰਦੇ ਨੇ। ਪਿੰਡਾਂ ਦੇ ਵਿੱਚ ਅਗਰ ਸਿੱਖ ਰਹਿੰਦਾ ਹੁੰਦਾ ਤੇ ਗੁਰਦੁਆਰਾ ਇੱਕ ਹੁੰਦਾ। ਇਹ ਬਿਲਕੁਲ ਸੱਚੀ ਗੱਲ ਹੈ ਗੁਰੂ ਪਿਆਰਿਓ। ਸੋ ਗਰੀਬ ਸਿੱਖਾਂ ਨੂੰ ਅਮੀਰ ਸਿੱਖ ਆਪਣੇ ਗੁਰਦੁਆਰੇ 'ਚ ਵੜਨ ਨਹੀਂ ਦਿੰਦਾ, ਲੰਗਰ ਨਹੀਂ ਵਰਤਾਉਣ ਦਿੰਦਾ। ਜੇ ਉਹ ਦੇਗ ਵਰਤਾਉਣ ਦੀ ਕੋਸ਼ਿਸ਼ ਕਰਦਾ ਤੇ ਉਹਨਾਂ ਦੇ ਕੋਲੋਂ ਉਹਨਾਂ ਨੂੰ ਉੱਥੇ ਰੋਕਿਆ ਜਾਂਦਾ। ਇਹੀ ਨਿਰਦੇਸ਼ ਆਰਟੀਕਲ 25(2)B ਦੇ ਵਿੱਚ ਹੈ, ਇਹੀ ਲਾਗੂ ਹੋਣਗੇ। ਸੋ ਭਾਰਤ ਦਾ ਸੰਵਿਧਾਨ ਬਰਾਬਰਤਾ ਦੀ ਗੱਲ ਕਰਦਾ ਆ। ਇਹ ਗੁਰਬਾਣੀ ਦੇ ਸਿਧਾਂਤ ਦੇ ਉੱਤੇ ਹੀ, ਗੁਰਬਾਣੀ ਨੂੰ ਮੁੱਖ ਰੱਖਦੇ ਹੋਏ ਡਾਕਟਰ ਭੀਮ ਰਾਓ ਅੰਬੇਡਕਰ ਜੀ ਨੇ ਭਾਰਤ ਦਾ ਸੰਵਿਧਾਨ ਜਿਹੜਾ ਉਹ ਸਾਨੂੰ ਦਿੱਤਾ। ਸੋ ਅਗਰ ਕਿਸੇ ਨੂੰ ਇਸ ਤੋਂ ਬਾਅਦ ਵੀ ਕੋਈ ਗਲਤਫਹਿਮੀ ਮਨ 'ਚ ਰਹਿ ਗਈ ਹੋਵੇ ਸਾਡੇ ਸਿੱਖਾਂ ਨੂੰ, ਰਾਈਟ, ਇਹ ਸੰਵਿਧਾਨ ਆ, ਇਹਨੂੰ ਲਿਆਓ। ਮੈਂ ਇਹ ਇੱਥੋਂ ਹੀ ਲੈ ਲਿਆ ਸੀਗਾ, ਮੇਰੇ ਖਿਆਲ ਦੇ ਨਾਲ 100-150 ਰੁਪਏ ਦਾ ਆਇਆ, ਇੰਡੀਅਨ 100-150 ਰੁਪਏ ਦੇ ਵਿੱਚ ਭਾਰਤ ਦਾ ਸੰਵਿਧਾਨ ਮਿਲ ਗਿਆ। ਜਿੰਨਾ ਜ਼ਰੂਰੀ ਸਾਨੂੰ ਗੁਰਬਾਣੀ ਦੇ ਨਾਲ ਜੁੜਨਾ, ਗੁਰਬਾਣੀ ਪੜ੍ਹਨਾ, ਮਾਨਵਤਾ ਦੀ, ਮਨੁੱਖਤਾ ਦੀ ਗੱਲ ਕਰਨੀ ਹੈ, ਬਰਾਬਰਤਾ ਦੀ ਗੱਲ ਕਰਨੀ ਹੈ। ਜੇ ਅਸੀਂ ਗੁਰਬਾਣੀ ਦੇ ਨਾਲ ਜੁੜਨਾ ਆ, ਗੁਰਬਾਣੀ ਪੜ੍ਹਨੀ ਆ, ਤੇ ਸਾਨੂੰ ਆਪਣੇ ਬੱਚਿਆਂ ਨੂੰ, ਆਪਣੇ ਆਪ ਨੂੰ ਭਾਰਤ ਦੇ ਸੰਵਿਧਾਨ ਨੂੰ ਲਿਆ ਕੇ ਇਹਦੇ ਆਰਟੀਕਲਸ ਨੂੰ ਖੁਦ ਪੜ੍ਹ ਕੇ ਉਹ ਗਲਤਫਹਿਮੀ ਦੂਰ ਕਰ ਦਈਏ ਕਿ ਕਿਤੇ ਵੀ ਆਰਟੀਕਲ 25(2)B ਦੇ ਵਿੱਚ ਸਿੱਖਾਂ ਨੂੰ ਹਿੰਦੂਆਂ ਦਾ ਹਿੱਸਾ ਕਿਤੇ ਨਹੀਂ ਲਿਖਿਆ। ਆ ਮੈਂ ਪੜ੍ਹ ਕੇ ਸੁਣਾ ਦਿੱਤਾ, ਇਹਨੂੰ ਤੁਸੀਂ ਵੀ ਲਿਆਓ।
ਔਰ ਜੇ ਕਿਸੇ ਦੇ ਮਨ ਦੇ ਵਿੱਚ ਗਲਤਫਹਿਮੀ ਹੈ ਤਾਂ ਉਹ ਖੁਦ ਪੜ੍ਹਨ ਭਾਰਤ ਦਾ ਸੰਵਿਧਾਨ। ਕਿਤੇ ਵੀ ਨਹੀਂ ਲਿਖਿਆ ਕਿ ਸਿੱਖਾਂ ਨੂੰ ਹਿੰਦੂਆਂ ਦਾ ਹਿੱਸਾ ਲਿਖਿਆ ਗਿਆ ਹੈ, ਰਾਈਟ। ਸੋ ਭਾਰਤ ਦੇ ਸੰਵਿਧਾਨ ਦੇ ਵਿੱਚ ਗੁਰਬਾਣੀ ਦੇ ਸਿਧਾਂਤ ਹਨ, ਗੁਰਬਾਣੀ ਦੇ ਨੂੰ ਹੀ ਮੁੱਖ ਰੱਖ ਕੇ ਭਾਰਤ ਦਾ ਸੰਵਿਧਾਨ ਜਿਹੜਾ ਲਿਖਿਆ ਗਿਆ ਸੀ, ਜੋ ਬਰਾਬਰਤਾ ਦੀ ਗੱਲ ਕਰਦਾ। ਅਸੀਂ ਆਪਣੇ ਕਿਸਾਨ ਭਰਾਵਾਂ ਨੂੰ ਵੀ ਦੱਸਣਾ ਚਾਹੁੰਦੇ ਆ, ਉਹ ਭਰਾਵੋ ਇਹ ਜੋ ਕੰਮ ਮੈਂ ਦੱਸ ਰਿਹਾ ਅੱਜ, ਤੁਹਾਡਾ ਵੀਰ ਰੰਗਰੇਟਾ ਡਾਕਟਰ ਗੁਰਿੰਦਰ ਸਿੰਘ ਖਾਲਸਾ ਖੰਡੇ ਬਾਟੇ ਦੀ ਪੋਲ ਲੈ ਕੇ ਅੰਮ੍ਰਿਤ ਛਕ ਕੇ ਮੈਂ ਨਿਤਨੇਮੀ ਵੀ ਆ, ਪਾਠ ਵੀ ਕਰ ਰਿਹਾ, ਗੁਰਬਾਣੀ ਨੂੰ ਵੀ ਪੜ੍ਹ ਰਿਹਾ, ਗੁਰਬਾਣੀ ਨਾਲ ਵੀ ਜੁੜ ਰਿਹਾ, ਤੇ ਨਾਲ ਦੇ ਨਾਲ ਮੈਂ ਭਾਰਤ ਦੇ ਸੰਵਿਧਾਨ ਨੂੰ ਵੀ ਪੜ੍ਹ ਰਿਹਾ। ਔਰ ਬਹੁਤ ਜਲਦ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਰਿਪਰੈਜ਼ੈਂਟੇਸ਼ਨ ਦੀ ਉਹਦਾ ਵੀ ਖੁਲਾਸਾ ਕਰਾਂਗੇ ਕਿ ਰਿਪਰੈਜ਼ੈਂਟੇਸ਼ਨ ਕਿਉਂ ਲਿਆਂਦੀ ਗਈ, ਕਿਉਂ ਰਿਜ਼ਰਵੇਸ਼ਨ ਲਿਆਂਦੀ ਗਈ, ਮੰਡਲ ਕਮਿਸ਼ਨ ਕੀ ਹੈ। ਅਗਰ ਇਹਨਾਂ ਲੀਡਰਾਂ ਨੇ, ਜਿਹੜੇ ਲੀਡਰ ਅੱਜ ਵਿਪਰ ਦੇ ਨਾਲ ਮਿਲ ਕੇ, RSS ਦੇ ਨਾਲ ਮਿਲ ਕੇ, ਪੰਜਾਬ ਦੇ ਵਿੱਚ BJP ਦੇ ਨਾਲ ਮਿਲ ਕੇ ਸਰਕਾਰਾਂ ਬਣਾ ਰਹੀ ਹੈ, ਜਿਹੜੇ ਅਕਾਲੀ ਦਲ ਵਾਲੇ, ਜਿਹੜੇ ਕਾਂਗਰਸ ਵਾਲੇ, 1984 ਦੇ ਵਿੱਚ ਸਿੱਖਾਂ ਦੇ ਉੱਤੇ ਤਸ਼ੱਦਦ ਕਰਨ ਵਾਲੀ ਕਾਂਗਰਸ ਪਾਰਟੀ ਦੇ ਨਾਲ ਮਿਲ ਕੇ ਅਗਰ ਕੈਪਟਨ ਰਾਜੇ ਵਰਗੇ ਅਗਰ ਸਰਕਾਰਾਂ ਬਣਾ ਰਹੇ ਆ, ਇਹ ਲੋਕ ਪੜ੍ਹੇ ਲਿਖੇ ਨੇ ਔਰ ਇਹਨਾਂ ਨੂੰ ਵੀ ਸੰਵਿਧਾਨ ਦੀ ਆਰਟੀਕਲ ਦੇ ਬਾਰੇ 25(2)(b) ਬਾਰੇ ਪਤਾ ਆ, ਪਰ ਇਹਨਾਂ ਨੇ, ਇਹਨਾਂ ਦੇ ਮਨਾਂ ਦੇ ਵਿੱਚ ਹਰਾਮਜ਼ਦਗੀ ਸੀ, ਇਹਨਾਂ ਦੇ ਮਨ ਦੇ ਵਿੱਚ ਕਮੀਨਗੀ ਸੀ। ਇਹਨਾਂ ਨੇ ਲੱਖਾ ਸਿੰਘ ਜੋ ਬੇਗਮਪੁਰਾ ਖਾਲਸਾ ਰਾਜ ਦੀ ਸੋਚ ਲੈ ਕੇ ਸ਼ਹੀਦ ਹੋਏ ਨੇ, ਜਿਨ੍ਹਾਂ ਸ਼ਹਾਦਤਾਂ ਦੇ ਜਾਮ ਪੀਤੇ ਨੇ, ਸਾਡੇ ਸੰਤ ਜਰਨੈਲ ਸਿੰਘ ਖਾਲਸਾ ਜੀ ਭਿੰਡਰਾਂਵਾਲੇ ਜੋ ਬੇਗਮਪੁਰਾ ਖਾਲਸਾ ਰਾਜ ਦੀ ਸੋਚ, ਆਪਣੇ ਗੁਰੂ 36 ਮਹਾਪੁਰਸ਼ਾਂ ਦੀ ਸੋਚ ਲੈ ਕੇ ਜੋ ਚੱਲ ਰਹੇ ਸਨ, ਜਿਨ੍ਹਾਂ ਨੇ ਸ਼ਹਾਦਤ ਦਾ ਜਾਮ ਪੀਤਾ। ਉਹਨਾਂ ਨੇ ਸ਼ਹਾਦਤ ਦਾ ਜਾਮ ਇਸ ਕਰਕੇ ਪੀਤਾ ਕਿਉਂਕਿ ਉਹ ਬੇਗਮਪੁਰਾ ਖਾਲਸਾ ਰਾਜ ਦੀ ਸੋਚ ਲੈ ਕੇ ਚੱਲ ਰਹੇ ਸਨ, ਆਪਣੇ ਗੁਰੂਆਂ ਵਾਲੀ ਸੋਚ ਲੈ ਕੇ ਚੱਲ ਰਹੇ ਸਨ, ਸਾਹਿਬ ਕਮਾਲ ਕਲਗੀਧਰ ਵਾਲੀ ਸੋਚ ਲੈ ਕੇ ਚੱਲ ਰਹੇ ਸਨ, ਕਿਉਂਕਿ ਉਹ ਆਪਣੇ ਆਪ ਨੂੰ ਗੁਰੂ ਦੇ ਖਾਲਸੇ ਮੰਨਦੇ ਸਨ, ਉਹ ਧਰਮ ਦੇ ਪੱਕੇ ਸਨ, ਮਜ਼ਹਬ ਦੇ ਪੱਕੇ ਸਨ। ਸੰਤ ਜਰਨੈਲ ਸਿੰਘ ਖਾਲਸਾ ਜੀ ਭਿੰਡਰਾਂਵਾਲਿਆਂ ਨੂੰ ਕਿਸੇ ਜਾਤ ਨਾਲ ਨਾ ਜੋੜਿਆ ਜਾਵੇ, ਇਹ ਬਹੁਤ ਵੱਡੀ ਮੂਰਖਤਾ ਹੋਏਗੀ, ਕਿਉਂਕਿ ਸੰਤ ਜਰਨੈਲ ਸਿੰਘ ਜੀ ਖਾਲਸਾ ਜੀ ਭਿੰਡਰਾਂਵਾਲੇ ਉਹ ਮਜ਼ਹਬ ਦੇ ਪੱਕੇ, ਧਰਮ ਦੇ ਪੱਕੇ ਮਜ਼ਹਬੀ ਸਿੱਖ ਸਨ। ਉਹਨਾਂ ਨੂੰ ਅਸੀਂ ਮਜ਼ਹਬੀ ਸਿੱਖ ਇਸ ਕਰਕੇ ਕਹਿੰਦੇ ਆ ਕਿਉਂਕਿ ਉਹ ਬੇਗਮਪੁਰਾ ਖਾਲਸਾ ਰਾਜ, ਖਾਲਿਸਤਾਨ, ਬੇਗਮਪੁਰਾ ਖਾਲਸਾ ਰਾਜ ਬਣਾਉਣ ਦੇ ਲਈ ਉਹਨਾਂ ਨੇ ਸ਼ਹਾਦਤ ਦਾ ਜਾਮ ਪੀਤਾ। ਔਰ ਇਹ ਲੀਡਰ, ਗਦਾਰ ਲੀਡਰ ਸਾਡੇ ਚੋਂ ਹੀ ਜੋ ਨਿਕਲੇ, ਇਹ ਗਦਾਰ ਲੀਡਰ ਬੁਲਾਰੇ ਅਗਰ ਇਹ ਚਾਹੁੰਦੇ ਤੇ ਇਹ ਭਾਰਤ ਦੇ ਸੰਵਿਧਾਨ ਦੀ ਆਰਟੀਕਲ 25(2)(b) ਦੇ ਬਾਰੇ ਜੋ ਗਲਤਫਹਿਮੀਆਂ ਸੀ ਉਹ ਦੂਰ ਕਰਦੇ ਤੇ ਲੱਖਾਂ ਸਿੰਘ ਜਿਹੜੇ ਸ਼ਹੀਦ ਹੋਏ ਨੇ ਜਾਂ ਜਿਹੜੇ ਜੇਲ੍ਹਾਂ 'ਚ ਬੈਠੇ ਨੇ ਉਹ ਨਾ ਜਾਂਦੇ। ਪਰ ਇਹ ਲੀਡਰ ਖਾਲਸਾ ਜੀ, ਇਹ ਜਿਹੜੇ ਲੀਡਰ ਨੇ, ਇਹਨਾਂ ਦੇ ਮਨ ਦੇ ਵਿੱਚ ਕਮੀਨਗੀ ਆ ਕਿਉਂਕਿ ਇਹਨਾਂ ਨੇ ਇਹਨਾਂ ਚੀਜ਼ਾਂ ਨੂੰ ਪਤਾ ਹੋਣ ਦੇ ਬਾਵਜੂਦ ਭਾਰਤ ਦੇ ਸੰਵਿਧਾਨ ਦੀ ਆਰਟੀਕਲ 25(2)(b) ਧਾਰਾ ਦੇ ਵਿੱਚ ਸਿੱਖਾਂ ਨੂੰ ਹਿੰਦੂਆਂ ਦਾ ਹਿੱਸਾ ਨਹੀਂ ਲਿਖਿਆ ਹੋਇਆ, ਇਹ ਜਾਣਦੇ ਹੋਏ ਵੀ ਇਹਨਾਂ ਨੇ ਕਦੀ ਖੁਲਾਸਾ ਨਹੀਂ ਕੀਤਾ ਸਟੇਜਾਂ ਤੋਂ। ਇਹ ਮੇਰੇ ਪੰਜਾਬੀਓ, ਮੇਰੇ ਕਿਸਾਨ ਭਰਾਵੋ, ਤੁਸੀਂ ਇਹਨਾਂ ਨੂੰ ਆਪਣੇ ਸਮਝ ਕੇ ਵੋਟਾਂ ਪਾ ਕੇ ਸੋਚ ਰਹੇ ਹੋ ਵੀ ਅਸੀਂ ਆਪਣੇ ਬੰਦੇ ਨੂੰ ਵੋਟ ਪਾਈ ਆ, ਆਪਣੇ ਜਾਤ ਦੇ ਬੰਦੇ ਨੂੰ ਵੋਟ ਪਾਈ ਆ, ਬਟ ਇਹ ਲੋਕ ਇਹ ਹਿੰਦੂ ਰਾਸ਼ਟਰ ਬਣਾਉਣ ਵਾਲੀ RSS ਦੇ ਨਾਲ ਮਿਲ ਕੇ ਸਰਕਾਰਾਂ ਬਣਾਉਂਦੇ ਆ, ਇਸ ਦੇਸ਼ ਨੂੰ ਹਿੰਦੂ ਰਾਸ਼ਟਰ ਬਣਾਉਣ ਦੇ ਵਿੱਚ ਲੱਗੇ ਹੋਏ ਆ। ਇਹਨਾਂ ਨੂੰ ਸਿੱਖੀ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਆ, ਇਹਨਾਂ ਨੂੰ ਸਿੱਖੀ ਨਾਲ ਕੋਈ ਮਤਲਬ ਨਹੀਂ ਆ। ਚਾਹੇ ਲੱਖਾਂ ਜਿਹੜੇ ਸਿੰਘ ਨੇ ਉਹ ਸ਼ਹੀਦ ਹੋ ਚੁੱਕੇ ਨੇ, ਇਹਨਾਂ ਵੱਲੋਂ ਚਾਹੇ ਲੱਖਾਂ ਹੋਰ ਸ਼ਹੀਦ ਹੋ ਜਾਣ, ਇਹਨਾਂ ਨਹੀਂ ਜੇ ਕੁਝ ਬੋਲਣਾ। ਸੋ ਆਪਾਂ ਨੂੰ ਸਾਰਿਆਂ ਨੂੰ ਰਲ ਕੇ, ਆਓ ਆਪਾਂ ਸਾਰੇ ਰਲ ਕੇ, ਆਓ ਆਪਾਂ ਸਾਰੇ ਖੰਡੇ ਬਾਟੇ ਦੀ ਪੌਲ ਲਈਏ, ਅੰਮ੍ਰਿਤ ਛਕੀਏ, ਸਿੰਘ ਸਜੀਏ। ਸਿੱਖੀ ਦਾ ਜੋ ਅਸਲੀ ਮਕਸਦ ਹੈ ਬਰਾਬਰਤਾ, ਊਚ ਨੀਚ ਨੂੰ ਖਤਮ ਕਰਨਾ, ਜ਼ਾਤ ਪਾਤ ਨੂੰ ਖਤਮ ਕਰਨਾ। ਆਓ ਆਪਾਂ ਸਾਰੇ ਪੰਜਾਬ ਦੇ ਲੋਕ ਰਲ ਕੇ ਆਪਣੀ ਸਿੱਖੀ ਨੂੰ ਪ੍ਰਫੁੱਲਿਤ ਕਰੀਏ, ਜਿਹੜੀ ਸਿੱਖੀ ਇਹਨਾਂ ਗਦਾਰ ਲੀਡਰਾਂ ਦੀ ਵਜ੍ਹਾ ਕਰਕੇ, ਕਿਉਂਕਿ ਇਹਨਾਂ ਨੇ ਗਰੀਬ ਸਿੱਖਾਂ ਨੂੰ, ਮਜ਼੍ਹਬੀ ਸਿੱਖਾਂ ਨੂੰ, ਰਵਿਦਾਸੀ ਸਿੱਖਾਂ ਨੂੰ ਜਾਂ ਸ਼ਿਗਲੀਗਰ ਸਿੱਖਾਂ ਨੂੰ ਸਿੱਖ ਹੀ ਨਹੀਂ ਮੰਨਿਆ, ਇਸ ਕਰਕੇ ਕਹਿੰਦੇ ਵੀ ਸਿੱਖੀ 2% ਆ। ਜੇ ਇਹਨਾਂ ਨੂੰ ਵੀ ਗਰੀਬ ਸਿੱਖਾਂ ਨੂੰ ਛਾਤੀ ਨਾਲ ਲਾਇਆ ਹੁੰਦਾ ਤੇ ਇਹ ਉਹ ਮਾਰਸ਼ਲ ਕੌਮਾਂ ਨੇ ਜਿਨ੍ਹਾਂ ਨੇ ਸਾਹਿਬ ਕਮਾਲ ਕਲਗੀਧਰ ਪਿਤਾ ਜੀ ਦਾ ਸਾਥ ਦਿੱਤਾ ਤੇ 13 ਜੰਗਾਂ ਇਹ ਹਿੰਦੂ ਰਾਸ਼ਟਰ ਬਣਾਉਣ ਵਾਲੇ ਵਿਪਰਵਾਦੀ ਲੋਕਾਂ ਦੇ ਨਾਲ ਸਾਹਿਬ ਕਮਾਲ ਕਲਗੀਧਰ ਜੀ ਦਾ ਸਾਥ ਦੇ ਕੇ ਇਹਨਾਂ ਦੇ ਨਾਲ ਜੰਗਾਂ
ਜੰਗਾਂ ਲੜੀਆਂ ਸੀ। ਅੱਜ ਇਹ ਸਾਡੇ ਪੰਜਾਬ ਦੇ ਗਦਾਰ ਲੀਡਰ ਇਹਨਾਂ ਦੇ ਨਾਲ ਰਲ ਕੇ ਹਿੰਦੂ ਰਾਸ਼ਟਰ ਬਣਾਉਣ ਦੇ ਲਈ ਸਰਕਾਰਾਂ ਬਣਾ ਰਹੇ ਨੇ ਔਰ ਪੰਜਾਬ ਦੇ ਵਿੱਚ ਪੰਜਾਬ ਦਾ ਘਾਣ ਕਰ ਰਹੇ ਨੇ, ਪੰਜਾਬ ਦਾ ਨੁਕਸਾਨ ਕਰ ਰਹੇ ਨੇ। ਸੋ ਮੇਰੀ ਆਪ ਜੀ ਦੇ ਚਰਨਾਂ ਦੇ ਵਿੱਚ ਇਹੀ ਬੇਨਤੀ ਹੈ ਕਿ ਆਪਣੇ ਬੱਚਿਆਂ ਨੂੰ ਗੁਰਬਾਣੀ ਦੇ ਸਿਧਾਂਤ ਸਮਝਾਓ। ਗੁਰਬਾਣੀ ਦੇ ਸਿਧਾਂਤ, ਗੁਰਬਾਣੀ ਕੀ ਕਹਿੰਦੀ ਹੈ? ਮਾਨਸ ਕੀ ਜਾਤ ਸਭੇ ਏਕੇ ਪਹਿਚਾਨ ਹੋ। ਔਰ ਗੁਰਬਾਣੀ ਸਾਡੇ ਮਨ ਦਾ ਅੰਧਿਆਰਾ ਦੂਰ ਕਰਦੀ ਹੈ। ਪੰਜਵੇਂ ਪਾਤਸ਼ਾਹ ਲਿਖਦੇ ਨੇ, ਗਿਆਨ ਅੰਜਨ ਗੁਰ ਦਿਐ, ਗਿਆਨ ਅੰਜਨ ਗੁਰ ਦਿਐ, ਅਗਿਆਨ ਅੰਧੇਰ ਵਿਨਾਸ਼, ਹਰ ਕਿਰਪਾ ਤੇ ਸੰਤ ਭੇਟਿਐ, ਨਾਨਕ ਮਨ ਪ੍ਰਗਾਸ। ਸੋ ਗੁਰੂ ਬਿਨਾਂ ਗਤ ਨਹੀਂ। ਤੇ ਗੁਰੂ ਸਾਡਾ ਗੁਰੂ ਗ੍ਰੰਥ ਸਾਹਿਬ ਹੈ ਔਰ ਇਸੇ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਸਿਧਾਂਤ ਨੂੰ ਹੀ ਮੁੱਖ ਰੱਖਦੇ ਹੋਏ ਭਾਰਤ ਦਾ ਸੰਵਿਧਾਨ ਲਿਖਿਆ ਗਿਆ ਡਾਕਟਰ ਭੀਮ ਰਾਓ ਅੰਬੇਡਕਰ ਜੀ ਦੇ ਦੁਆਰਾ। ਸੋ ਇਸ ਕਰਕੇ ਸੰਵਿਧਾਨ ਨੂੰ ਪੜ੍ਹੋ। ਬਹੁਤ ਜਲਦ ਅਸੀਂ ਮੰਡਲ ਕਮਿਸ਼ਨ ਦੇ ਬਾਰੇ ਖੁਲਾਸਾ ਕਰਾਂਗੇ। ਅਸੀਂ ਭਾਰਤ ਦੀ ਰਿਪਰੈਜ਼ੈਂਟੇਸ਼ਨ ਕਿਉਂ ਲਿਆਉਣੀ ਪਈ, ਰਿਪਰੈਜ਼ੈਂਟੇਸ਼ਨ ਯਾਨੀ ਰਿਜ਼ਰਵੇਸ਼ਨ ਕਿਉਂ ਲਿਆਉਣੀ ਪਈ, ਕਿਉਂ ਲਾਗੂ ਕਰਨੀ ਪਈ, ਉਹਦੇ ਵਿੱਚ ਇਹਨਾਂ ਲੀਡਰਾਂ ਨੇ ਆਪ ਸਾਰੇ ਵੀਰਾਂ ਨੂੰ, ਪੰਜਾਬ ਦੇ ਕਿਸਾਨ ਭਰਾਓ, ਸਾਨੂੰ ਬੜੀ ਦੁੱਖ ਹੁੰਦਾ ਆ ਜਦੋਂ ਸਾਡਾ ਕੋਈ ਕਿਸਾਨ ਭਰਾ ਫਾਹਾ ਲੈ ਕੇ ਮਰਦਾ, ਸਪਰੇਅ ਕੀ ਪੀ ਕੇ ਮਰਦਾ, ਕਰਜ਼ ਦੇ ਵਿੱਚ ਡੁੱਬ ਕੇ ਮਰਦਾ, ਸਾਨੂੰ ਦੁੱਖ ਹੁੰਦਾ ਆ। ਅਸੀਂ ਚਾਹੁੰਦੇ ਆ ਕਿਸਾਨ ਭਰਾਓ ਕਿ ਤੁਸੀਂ ਵੀ ਧਿਆਨ ਦੇ ਨਾਲ, ਜਿਸ ਤਰ੍ਹਾਂ ਗੁਰਬਾਣੀ ਦੇ ਨਾਲ ਜੁੜੇ ਹੋ, ਇਸੇ ਤਰ੍ਹਾਂ ਭਾਰਤ ਦੇ ਸੰਵਿਧਾਨ ਨੂੰ ਸਟੱਡੀ ਕਰੋ। ਅਸੀਂ ਭਾਰਤ ਦੇ ਸੰਵਿਧਾਨ ਦੇ ਆਰਟੀਕਲ ਤੁਹਾਡੇ ਸਾਹਮਣੇ ਪੇਸ਼ ਕਰਾਂਗੇ। ਅੱਜ ਤੁਹਾਡੇ ਸਾਹਮਣੇ ਆਰਟੀਕਲ 25(2)B ਉਹ ਮੈਂ ਪੜ੍ਹ ਕੇ ਦੱਸਿਆ, ਪੰਜਾਬੀ 'ਚ ਵੀ ਐਕਸਪਲੇਨ ਕੀਤਾ। ਤੇ ਜਦ ਤੁਸੀਂ ਚਾਹੋਗੇ ਅਗਰ ਕੋਈ ਗਲਤੀ ਹੋ ਜਾਂਦੀ ਹੈ ਤਾਂ ਆਪਾਂ ਮਿਲ ਬਹਿ ਕੇ ਇਹਦੇ ਤੇ ਵਿਚਾਰ ਕਰ ਸਕਦੇ ਹਾਂ। ਪਰ ਜੋ ਮੈਂ ਪੜ੍ਹਿਆ, ਇੱਕ ਡਾਕਟਰ ਹੋਣ ਦੇ ਨਾਤੇ ਜਿੰਨੀ ਮੈਨੂੰ ਬੁੱਧੀ ਹੈ, ਮੇਰੀ ਬੁੱਧੀ ਨੇ ਕੰਮ ਕੀਤਾ, ਮੈਂ ਉਹਨੂੰ ਇੰਗਲਿਸ਼ 'ਚ ਵੀ ਪੜ੍ਹਿਆ, ਇੰਗਲਿਸ਼ 'ਚ ਪੜ੍ਹ ਕੇ ਉਹਦਾ ਪੰਜਾਬੀ ਦੇ ਵਿੱਚ ਅਨੁਵਾਦ ਕਰਕੇ ਮੈਂ ਤੁਹਾਡੇ ਸਾਹਮਣੇ ਰੱਖਿਆ। ਵੀਰੋ, ਕਿਤੇ ਵੀ ਆਰਟੀਕਲ 25(2)B ਦੇ ਵਿੱਚ ਸਿੱਖਾਂ ਨੂੰ ਹਿੰਦੂਆਂ ਦਾ ਹਿੱਸਾ ਕਿਤੇ ਵੀ ਨਹੀਂ ਲਿਖਿਆ ਗਿਆ। ਸੋ 172 ਜਾਗਦੀਆਂ ਜ਼ਮੀਨਾਂ ਵਾਲੇ ਮੈਨੂੰ ਦੇਖ ਰਹੇ ਆ, ਆਪਣੇ ਬੱਚਿਆਂ ਨੂੰ ਗੁਰਬਾਣੀ ਦੇ ਨਾਲ ਜੋੜੀਏ, ਸਿੱਖ ਫਿਲਾਸਫੀ ਸਮਝਾਈਏ ਕਿ ਗੁਰੂ ਨਾਨਕ ਪਾਤਸ਼ਾਹ ਜੀ ਨੇ ਊਚ ਨੀਚ ਖਤਮ ਕੀਤੀ ਹੈ, ਗੁਰੂ ਕਲਗੀਧਰ ਪਿਤਾ ਸਾਹਿਬ ਕਮਾਲ ਜੀ ਨੇ ਊਚ ਨੀਚ ਖਤਮ ਕੀਤੀ ਹੈ। ਇਸੇ ਤਰ੍ਹਾਂ ਡਾਕਟਰ ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਨੇ ਊਚ ਨੀਚ ਖਤਮ ਕਰਕੇ ਹਰ ਇੱਕ ਵਰਗ ਜਿਨ੍ਹਾਂ ਦੀ ਹਾਲਾਤ ਬਹੁਤ ਮਾੜੀ ਸੀ ਉਹਨਾਂ ਨੂੰ ਬਰਾਬਰ ਲਿਆਉਣ ਵਾਸਤੇ, ਬਰਾਬਰਤਾ ਦੀ ਗੱਲ ਕਰਨ ਵਾਸਤੇ ਭਾਰਤ ਦਾ ਸੰਵਿਧਾਨ, ਭਾਰਤ ਦੇ ਸੰਵਿਧਾਨ ਦੇ ਵਿੱਚ ਰਿਪਰੈਜ਼ੈਂਟੇਸ਼ਨ ਲਿਆਉਣੀ ਪਈ, ਰਿਜ਼ਰਵੇਸ਼ਨ ਲਿਆਉਣੀ ਪਈ, ਮੰਡਲ ਕਮਿਸ਼ਨ ਲਾਗੂ ਕਰਨਾ ਪਿਆ। ਉਹ ਕਿਉਂ ਕਰਨਾ ਪਿਆ? ਉਹ ਅਗਰ ਅਸੀਂ ਸੰਵਿਧਾਨ ਨੂੰ ਪੜ੍ਹਾਂਗੇ, ਜਾਣਾਂਗੇ। ਤੇ ਜੇ ਤੁਹਾਨੂੰ ਲੱਗ ਰਿਹਾ ਕਿ ਡਾਕਟਰ ਗੁਰਿੰਦਰ ਸਿੰਘ ਖਾਲਸਾ ਇੱਕ ਸਿੰਘ ਸੱਜਣ ਤੋਂ ਬਾਅਦ ਆਪਣੇ ਪੰਜਾਬ ਦੇ ਲੋਕਾਂ ਦੇ ਦਰਦ ਨੂੰ ਸਮਝਦਾ ਹੋਇਆ, ਉਹਨਾਂ ਨੂੰ ਅਗਰ ਆਰਟੀਕਲ 25(2)B ਸੰਵਿਧਾਨ ਦੀ ਧਾਰਾ 25(2)B ਦਾ ਖੁਲਾਸਾ ਤੁਹਾਡੇ ਸਾਹਮਣੇ ਕਰਕੇ ਦਿੱਤਾ ਆ, ਪੜ੍ਹ ਕੇ ਸੁਣਾ ਦਿੱਤਾ ਆ ਵੀ ਇੱਥੇ ਕਿਤੇ ਵੀ ਸਿੱਖਾਂ ਨੂੰ ਹਿੰਦੂਆਂ ਦਾ ਹਿੱਸਾ ਨਹੀਂ ਲਿਖਿਆ ਗਿਆ। ਰਾਈਟ। ਸੋ ਆਪਣੇ ਬੱਚਿਆਂ ਨੂੰ ਗੁਰਬਾਣੀ ਨਾਲ ਜੋੜੀਏ। ਗੁਰਬਾਣੀ ਕੀ ਕਹਿੰਦੀ ਹੈ? ਗੁਰੂ ਨਾਨਕ ਪਾਤਸ਼ਾਹ ਜੀ ਕਹਿੰਦੇ ਨੇ, ਨੀਚਾ ਅੰਦਰ ਨੀਚ ਜਾਤ, ਨੀਚਾ ਅੰਦਰ ਨੀਚ ਜਾਤ, ਨੀਚੀ ਹੂੰ ਅਤ ਨੀਚ, ਨਾਨਕ ਤਿਨਕੇ ਸੰਗ ਸਾਥ, ਵੱਡਿਆਂ ਸਿਉ ਕੀ ਰੀਸ। ਸੋ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਕਹਿੰਦੇ ਨੇ, ਜਿਨ੍ਹਾਂ ਨੂੰ ਵਿਪਰ ਅੱਤ ਦੇ ਨੀਚ ਕਹਿੰਦਾ ਆ ਔਰ ਜਿਨ੍ਹਾਂ ਨੇ ਕਦੀ ਆਪਣੀ ਜਾਤ ਨੂੰ ਕਬੂਲਿਆ ਨਹੀਂ, ਮੈਂ ਉਹਨਾਂ ਦੇ ਨਾਲ ਆ। ਤੇ ਜਿਹੜੇ ਆਪਣੀ ਜਾਤ ਨੂੰ ਲੈ ਕੇ ਖੁਸ਼ ਹੁੰਦੇ ਆ, ਆਪਣੀਆਂ ਜਾਤਾਂ ਦੇ ਗਾਣੇ ਬਣਾ ਬਣਾ ਕੇ ਬੜਕਾ ਮਾਰਦੇ ਆ, ਪੱਟਾਂ ਤੇ ਹੱਥ ਮਾਰਦੇ ਆ, ਬਾਬਾ ਨਾਨਕ ਜੀ ਕਹਿੰਦੇ ਆ, ਮੈਂ ਜਾਤ ਵਾਲਿਆਂ ਦੇ ਨਾਲ ਨਹੀਂ ਆ, ਮੈਂ ਉਹਨਾਂ ਦੇ ਨਾਲ ਆ ਜਿਨ੍ਹਾਂ ਨੇ ਕਦੀ ਜਾਤ ਨੂੰ ਕਬੂਲਿਆ ਹੀ ਨਹੀਂ। ਸੋ ਮੇਰੇ ਕਿਸਾਨ ਭਰਾਵੋ, ਜਾਗਦੀਆਂ ਜ਼ਮੀਨਾਂ ਵਾਲੇ ਮੇਰੇ ਸਿੱਖ ਵੀਰੋ, ਅੱਜ ਆਰਟੀਕਲ 25(2)B ਦਾ ਅਸੀਂ ਖੁਲਾਸਾ ਕੀਤਾ। ਬਹੁਤ ਜਲਦ ਅਸੀਂ ਭਾਰਤ ਦੇ 85% ਲੋਕਾਂ ਨੂੰ ਜੋ ਰਿਜ਼ਰਵੇਸ਼ਨ ਦਿੱਤੀ ਗਈ ਹੈ, ਰਿਪਰੈਜ਼ੈਂਟੇਸ਼ਨ ਦਿੱਤੀ ਗਈ ਹੈ, ਜਿਹਦੀ ਜਿੰਨੀ ਗਿਣਤੀ ਹੈ ਉਹਦੇ ਅਕੋਰਡਿੰਗ, ਉਹਦੇ ਹਾਲਾਤਾਂ ਦੇ ਅਕੋਰਡਿੰਗ ਉਹਨਾਂ ਨੂੰ ਉਨੀ ਰਿਪਰੈਜ਼ੈਂਟੇਸ਼ਨ ਦਿੱਤੀ ਗਈ ਹੈ। 49.5% ਰਿਜ਼ਰਵੇਸ਼ਨ ਭਾਰਤ ਦੇ 85% ਲੋਕਾਂ ਨੂੰ ਆ
OBC अदर बैकवर्ड क्लास जो ने BC कह लो चाहे OBC कह लो, अदर बैकवर्ड क्लास कह लो या बैकवर्ड क्लास कह लो, उन्होंने 17% रिजर्वेशन है। SC ST ਨੂੰ ਉਹਨਾਂ ਦੇ ਹਾਲਾਤ ਦੇਖਦੇ ਹੋਏ ਬਹੁਤ ਪਿਛੜ ਗਏ ਸੀ। SC और ST ਉਹਨਾਂ ਦੀ 23% ਰਿਜ਼ਰਵੇਸ਼ਨ ਹੈ, ਰਾਈਟ, ਔਰ 10% ਮਿਨੋਰਿਟੀ ਦੀ ਆ। 17 OBC ਦੀ, 22.5 SC ST ਦੀ, 17 ਤੇ 22.5 39 ਔਰ 10% ਮਿਨੋਰਿਟੀ, ਜਿਹਦੇ 'ਚ ਸਿੱਖ ਮੁਸਲਮਾਨ ਜਾਂ ਜਿੰਨੀਆਂ ਵੀ ਮਾਈਨੋਰਟੀਜ਼ ਨੇ ਉਹ ਆ ਜਾਂਦੀਆਂ ਨੇ। ਟੋਟਲ 49.5%। ਲੇਕਿਨ ਇਹ ਵੀ ਪੂਰੀ ਸਾਨੂੰ ਨਹੀਂ ਮਿਲ ਰਹੀ। ਤੇ ਤੁਸੀਂ ਇਹ ਸੋਚੋ ਕਿ ਜਿਹੜੇ 15% ਲੋਕ ਨੇ ਜਿਹੜੇ ਸਾਡੇ ਤੇ ਭਾਰਤ ਦੇ ਉੱਤੇ 3.5% ਰਾਜ ਕਰ ਰਹੇ ਆ, ਸਾਰੀ ਰਿਜ਼ਰਵੇਸ਼ਨ 80% ਦੀ ਰਿਜ਼ਰਵੇਸ਼ਨ ਉਹੀ ਖਾ ਰਹੇ ਆ। ਸੋ ਤੁਸੀਂ, ਮੈਂ ਆਪਣੇ ਪੰਜਾਬ ਦੇ ਲੋਕਾਂ ਨੂੰ, ਸਿੱਖ ਸੰਗਤਾਂ ਨੂੰ, ਕਿਸਾਨ ਵੀਰਾਂ ਨੂੰ ਬੇਨਤੀਆਂ ਕਰਨਾ ਚਾਹੁੰਦਾ ਕਿ ਆਰਟੀਕਲ 25(2)B ਨੂੰ ਲੈ ਕੇ ਜੋ ਗਲਤਫਹਿਮੀ ਸੀ ਵੀ ਉਹਦੇ ਵਿੱਚ ਹਿੰਦੂਆਂ ਦਾ ਹਿੱਸਾ ਕਿਹਾ ਗਿਆ ਸਿੱਖਾਂ ਨੂੰ, ਉਹ ਅੱਜ ਬਿਲਕੁਲ ਅਸੀਂ ਕਲੀਅਰ ਕਰ ਦਿੱਤੀ ਹੈ। ਬਿਲਕੁਲ ਨਹੀਂ ਲਿਖਿਆ ਗਿਆ। ਵੀਡੀਓ ਨੂੰ ਧਿਆਨ ਨਾਲ ਬਾਰ-ਬਾਰ ਦੇਖ ਸਕਦੇ ਹੋ ਤੁਸੀਂ। ਤੇ ਦੂਸਰੀ ਗੱਲ, ਭਾਰਤ ਦੇ ਸੰਵਿਧਾਨ ਦੇ ਅਕੋਰਡਿੰਗ ਅਸੀਂ ਭਾਰਤ ਦੇ ਜਿੰਨਾ ਗੁਰਬਾਣੀ ਤੇ ਭਰੋਸਾ ਕਰਦੇ ਹਾਂ, ਉਨਾ ਹੀ ਭਾਰਤ ਦੇ ਸੰਵਿਧਾਨ ਦੇ ਉੱਤੇ ਭਰੋਸਾ ਕਰਦੇ ਹਾਂ। ਔਰ ਅਗਰ ਕੋਈ ਮੁਜਰਮ ਹੈ, ਚਾਹੇ ਉਹ ਕਿਸੇ ਮੰਦਰ ਦਾ ਪੁਜਾਰੀ ਹੈ, ਚਾਹੇ ਉਹ ਕਿਸੇ ਗੁਰਦੁਆਰੇ ਦਾ ਗ੍ਰੰਥੀ ਹੈ, ਚਾਹੇ ਉਹ ਕਿਸੇ ਡੇਰੇ ਦਾ ਬਾਬਾ ਹੈ, ਤੇ ਚਾਹੇ ਉਹ ਕਿਸੇ ਚਰਚ ਦਾ ਪਾਦਰੀ ਹੈ, ਅਗਰ ਉਹ ਕੋਈ ਲੋਕਾਂ ਦੀਆਂ ਧਾਰਮਿਕ ਆਸਥਾਵਾਂ ਦਾ ਘਾਣ ਕਰਦਾ ਹੈ ਔਰ ਸਾਡੀਆਂ ਧੀਆਂ ਭੈਣਾਂ ਦਾ ਕੋਈ ਬਲਾਤਕਾਰ ਕਰਦਾ ਹੈ, ਅਗਰ ਕਿਸੇ ਵੀ ਧਾਰਮਿਕ ਸਥਾਨ ਦਾ ਕੋਈ ਵੀ ਪੁਜਾਰੀ, ਗ੍ਰੰਥੀ, ਪਾਦਰੀ, ਮੌਲਵੀ ਅਗਰ ਗਲਤ ਕੰਮ ਕਰਦਾ ਹੋਇਆ ਪਾਇਆ ਜਾਂਦਾ ਹੈ ਜਾਂ ਫੜਿਆ ਜਾਂਦਾ ਹੈ ਜਾਂ ਕਾਨੂੰਨ ਵੱਲੋਂ ਸਾਬਤ ਹੋ ਜਾਂਦਾ ਹੈ ਵੀ ਉਹਨੇ ਗਲਤ ਕੰਮ ਕੀਤਾ ਹੈ, ਤੇ ਰੰਗਰੇਟਾ ਡਾਕਟਰ ਗੁਰਿੰਦਰ ਸਿੰਘ ਖਾਲਸਾ ਇਹ ਕਹਿਣਾ ਚਾਹੁੰਦਾ ਆ ਕਿ ਜੇ ਕਾਨੂੰਨ ਉਸ ਦੀ ਜਾਂਚ ਕਰਨ ਤੋਂ ਬਾਅਦ ਉਹਨੂੰ ਦੋਸ਼ੀ ਸਾਬਤ ਕਰ ਦਿੰਦਾ ਹੈ, ਕਾਨੂੰਨ, ਭਾਰਤ ਦਾ ਸੰਵਿਧਾਨ ਔਰ ਅਦਾਲਤ ਉਹਨੂੰ ਅਗਰ ਦੋਸ਼ੀ ਸਾਬਤ ਕਰ ਦਿੰਦੀ ਹੈ, ਤੇ ਉਹਦਾ ਦੋਸ਼ ਜਿਹੜਾ ਹੈ ਉਹ ਐਡਾ ਵੱਡਾ ਹੈ ਕਿ ਉਸਨੇ ਲੋਕਾਂ ਦੀਆਂ ਆਸਥਾਵਾਂ ਦਾ ਵੀ ਘਾਣ ਕੀਤਾ ਔਰ ਸਾਡੀਆਂ ਧੀਆਂ ਭੈਣਾਂ ਦਾ ਵੀ ਬਲਾਤਕਾਰ ਕੀਤਾ। ਜਿਹੜੀਆਂ ਧੀਆਂ ਭੈਣਾਂ ਇੱਕ ਆਸਥਾ ਲੈ ਕੇ ਜਾਂਦੀਆਂ ਨੇ ਕਿਸੇ ਸਥਾਨ ਦੇ ਉੱਤੇ, ਅਸੀਂ ਇਹ ਮੰਗ ਕਰਦੇ ਹਾਂ ਕਿ ਅਗਰ ਉਹ ਦੋਸ਼ੀ ਸਾਬਤ ਹੋ ਜਾਂਦੇ ਹਨ, ਉਹਨਾਂ ਦੀ ਜਾਂਚ ਕੀਤੀ ਜਾਵੇ, ਚਾਹੇ ਉਹ ਗ੍ਰੰਥੀ ਹੈ, ਚਾਹੇ ਉਹ ਪੁਜਾਰੀ ਹੈ, ਚਾਹੇ ਉਹ ਮੌਲਵੀ ਹੈ, ਚਾਹੇ ਉਹ ਪਾਦਰੀ ਹੈ, ਉਹਨਾਂ ਨੂੰ ਸਜ਼ਾਏ ਮੌਤ ਹੋਣੀ ਚਾਹੀਦੀ ਹੈ, ਉਹਨਾਂ ਨੂੰ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਹੈ। ਸੋ ਵੀਰੋ, ਅਸੀਂ ਕਦੀ ਵੀ ਜਿਹਨੂੰ ਅਦਾਲਤ ਵੱਲੋਂ ਦੋਸ਼ੀ ਸਾਬਤ ਕਰ ਦਿੱਤਾ ਜਾਵੇ, ਉਸ ਨੂੰ ਸਖਤ ਤੋਂ ਸਖਤ ਸਜ਼ਾ ਮਿਲਣੀ ਚਾਹੀਦੀ ਹੈ, ਉਸ ਨੂੰ ਸਜ਼ਾਏ ਮੌਤ ਮਿਲਣੀ ਚਾਹੀਦੀ ਹੈ। ਲੇਕਿਨ ਕਾਨੂੰਨ ਨੂੰ ਆਪਣਾ ਕੰਮ ਕਰਨ ਦੇਈਏ, ਕਾਨੂੰਨ ਆਪਣੀ ਜਾਂਚ ਜ਼ਰੂਰ ਕਰੇ ਕਿ ਉਹ ਪਹਿਲਾਂ ਸਾਬਤ ਕਰੇ ਕਿ ਉਹ ਮੁਜਰਮ ਹੈ। ਅਗਰ ਮੁਜਰਮ ਨਹੀਂ ਹੈ, ਜਦੋਂ ਤੱਕ ਕੋਈ ਮੁਜਰਮ ਸਾਬਤ ਨਹੀਂ ਹੁੰਦਾ, ਉਦੋਂ ਤੱਕ ਉਹ ਸਿਰਫ ਆਰੋਪੀ ਹੈ, ਤੇ ਆਰੋਪੀ ਨੂੰ ਅਸੀਂ ਦੋਸ਼ੀ ਨਹੀਂ ਮੰਨ ਕੇ ਉਹਦਾ ਬਾਈਕਾਟ ਨਹੀਂ ਕਰ ਸਕਦੇ। ਜੇ ਉਹ ਦੋਸ਼ੀ ਸਾਬਤ ਹੋ ਜਾਂਦਾ, ਉਹਦਾ ਬਾਈਕਾਟ ਵੀ ਕਰਨਾ ਚਾਹੀਦਾ, ਸਾਨੂੰ ਸਮਾਜਿਕ ਬਾਈਕਾਟ ਵੀ ਕਰਨਾ ਚਾਹੀਦਾ, ਉਹਨੂੰ ਸਖਤ ਤੋਂ ਸਖਤ ਸਜ਼ਾ ਮਿਲਣੀ ਚਾਹੀਦੀ ਹੈ, ਉਹਨੂੰ ਫਾਂਸੀ ਦੀ ਸਜ਼ਾ ਵੀ ਹੋਣੀ ਚਾਹੀਦੀ ਹੈ। ਸੋ ਇੰਨੀਆਂ ਹੀ ਬੇਨਤੀਆਂ ਕਰਦਾ ਹੋਇਆ ਆਪ ਸਾਰਿਆਂ ਨੂੰ ਇੱਕ ਵਾਰ ਫਿਰ ਮੈਂ ਮੁਬਾਰਕਾਂ ਦੇਣਾ ਚਾਹੁੰਦਾ ਹਾਂ ਕਿ ਤੁਹਾਡੇ ਸਾਥ ਦੇ ਨਾਲ, ਤੁਹਾਡੀ ਹੱਲਾਸ਼ੇਰੀ ਦੀ ਬਦੌਲਤ ਡਾਕਟਰ ਗੁਰਿੰਦਰ ਸਿੰਘ ਅਟਵਾਲ ਤੋਂ ਸ਼ੁਰੂ ਹੋਇਆ ਇਹ ਸਫ਼ਰ ਡਾਕਟਰ ਗੁਰਿੰਦਰ ਸਿੰਘ ਖਾਲਸਾ ਬਣਨ ਤੱਕ ਬਹੁਤ ਖੂਬਸੂਰਤ ਰਿਹਾ। ਅਸਲ ਸ਼ੁਰੂਆਤ ਹੁਣ ਹੋਈ ਹੈ, ਅਸਲ ਲੜਾਈ, ਅਸਲੀ ਆਪਣੇ ਰਹਿਬਰਾਂ ਦਾ ਮਿਸ਼ਨ ਹੁਣ ਸ਼ੁਰੂ ਹੋਇਆ, ਕਿਉਂਕਿ ਬਹੁਤ ਵੱਡੀ ਜ਼ਿੰਮੇਵਾਰੀ ਮੇਰੇ ਕੋਲ ਆ ਪਈ ਹੈ। ਖੰਡੇ ਬਾਟੇ ਦੀ ਪੌਲ ਲੈ ਕੇ ਤੇ ਮੈਂ ਸਿੰਘ ਸਜਿਆ, ਜਿੱਥੇ ਮੈਂ ਨਿਤਨੇਮੀ ਵੀ ਹੋਵਾਂਗਾ ਤੇ ਪਾਠ ਵੀ ਕਰਾਂਗਾ, ਤੇ ਮੈਂ ਉੱਥੇ ਹੀ ਭਾਰਤ ਦੇ ਸੰਵਿਧਾਨ ਨੂੰ ਵੀ ਪੜ੍ਹਾਂਗਾ ਤੇ ਭਾਰਤ ਦੇ ਸੰਵਿਧਾਨ ਦੀ ਵੀ ਵਿਆਖਿਆ, ਜੋ ਇੰਗਲਿਸ਼ ਤੋਂ ਪੰਜਾਬੀ ਦੇ ਵਿੱਚ ਵਿਆਖਿਆ ਟਰਾਂਸਲੇਟ ਕਰਕੇ, ਉਹ ਵੀ ਮੈਂ ਕਰਨ ਦੀ ਕੋਸ਼ਿਸ਼ ਕਰਾਂਗਾ। ਸੋ ਬਹੁਤ ਵੱਡੀ ਜ਼ਿੰਮੇਵਾਰੀ ਆਪ ਜੀ ਦੇ ਸਾਥ ਦੀ ਬਦੌਲਤ ਅਕਾਲ ਪੁਰਖ ਨੇ ਕਿਰਪਾ ਕੀਤੀ, ਖੰਡੇ ਬਾਟੇ ਦੀ ਪੌਲ ਲੈ ਕੇ ਸਿੰਘ ਸਜ ਗਿਆ, ਤੇ ਇਹ ਜ਼ਿੰਮੇਵਾਰੀ ਨੂੰ ਮੈਂ ਬਖੂਬੀ ਨਿਭਾਵਾਂਗਾ, ਬਰਾਬਰਤਾ ਦੀ ਗੱਲ ਕਰਾਂਗਾ। ਇਹ 14 ਮਈ ਨੂੰ ਮੇਰਾ ਨਵਾਂ ਜਨਮ ਹੋਇਆ ਹੈ। 14 ਮਈ
2020 ਨੂੰ ਮੇਰਾ ਨਵਾਂ ਜਨਮ ਹੋਇਆ। ਉਸ ਤੋਂ ਪਹਿਲਾਂ ਮੈਂ ਆਪਣੇ ਆਪ ਨੂੰ ਐਵੇਂ ਹੀ ਬੋਲੀ ਜਾਣਾ, ਐਵੇਂ ਕਰੀ ਜਾਣਾ। ਚਲੋ ਗੱਲ ਤੇ ਗਰੀਬਾਂ ਦੀ ਕਰੀਦੀ ਸੀ, ਦਬੇ ਕੁਚਲੇ ਲਤਾੜੇ ਲੋਕਾਂ ਦੀ, ਮਜ਼ਦੂਰਾਂ ਦੀ ਗੱਲ ਕਰੀਦੀ ਸੀ। ਜਿੱਥੇ ਕਿਤੇ ਧੱਕੇ ਹੁੰਦੇ ਸੀ ਧੀਆਂ ਭੈਣਾਂ ਦੇ ਨਾਲ ਜਾਂ ਜਾਤੀ ਵਿਤਕਰਾ ਹੁੰਦਾ ਸੀ, ਉਹ ਉੱਥੇ ਜਾ ਕੇ ਖੜ ਜੀਦਾ ਸੀ। ਚਲੋ ਹੋ ਸਕਦਾ ਕਿ ਕੰਮ ਕਰਦੇ ਹੋਏ ਬੰਦਿਆਂ ਦੇ ਕੋਲੋਂ ਕਈ ਵਾਰੀ ਕੁਛ ਅਣਜਾਣ ਪੁਣੇ ਦੇ ਵਿੱਚ ਜਾਣੇ ਅਣਜਾਣੇ ਕੁਝ ਗਲਤੀਆਂ ਵੀ ਹੋਈਆਂ ਹੋਣਗੀਆਂ, ਲੇਕਿਨ ਉਹ ਮੇਰੀ ਪਿਛਲੀ ਜ਼ਿੰਦਗੀ ਸੀ। 14 ਮਈ 2020 ਤੋਂ ਮੇਰੀ ਨਵੀਂ ਜ਼ਿੰਦਗੀ ਸ਼ੁਰੂ ਹੋਈ ਹੈ ਅਤੇ ਮੈਂ ਇਸ ਜੋ ਬਹੁਤ ਵੱਡੀ ਜ਼ਿੰਮੇਵਾਰੀ ਮੇਰੇ ਮੋਢਿਆਂ ਦੇ ਉੱਤੇ ਆ ਪਈ ਹੈ, ਮੇਰੀ ਪੂਰੇ ਸਿੱਖ ਸਮਾਜ ਦੀ, ਪੂਰੀ ਕੌਮ ਦੀ, ਮੈਂ ਉਸ ਡਿਊਟੀ ਨੂੰ, ਉਸ ਜ਼ਿੰਮੇਵਾਰੀ ਨੂੰ ਮੈਂ ਬਿਲਕੁਲ ਬਾਖੂਬੀ ਇਮਾਨਦਾਰੀ ਦੇ ਨਾਲ ਨਿਭਾਵਾਂਗਾ। ਅਤੇ ਮੈਂ ਆਪ ਜੀ ਨੂੰ ਕਹਾਂਗਾ ਕਿ ਫਿਰ ਇੱਕ ਵਾਰੀ ਪਛਾਣੋ ਗੰਦੇ ਲੀਡਰਾਂ ਨੂੰ, ਜਿਨ੍ਹਾਂ ਨੇ ਲੱਖਾਂ ਹੀ ਸਿੰਘ ਸ਼ਹੀਦ ਕਰਵਾ ਦਿੱਤੇ, ਲੱਖਾਂ ਹੀ ਮਾਵਾਂ ਦੇ ਪੁੱਤ ਮਰਵਾ ਦਿੱਤੇ, ਲੇਕਿਨ ਲੋਕਾਂ ਦੀ ਇਹ ਗਲਤਫਹਿਮੀ ਨਹੀਂ ਦੂਰ ਕੀਤੀ, ਬਲਕਿ ਇਹ ਗਲਤਫਹਿਮੀ ਵਧਾਈ। ਕਿਉਂਕਿ ਇਹ ਲੋਕ RSS ਨਾਲ ਮਿਲ ਕੇ, ਚਾਹੇ ਉਹ BJP ਨਾਲ ਪੰਜਾਬ ਦੇ ਲੋਕ ਮਿਲ ਕੇ ਸਰਕਾਰ ਬਣਾਉਂਦੇ ਆ, ਚਾਹੇ ਉਹ ਕਾਂਗਰਸ ਦੇ ਨਾਲ ਮਿਲ ਕੇ ਪੰਜਾਬ ਦੇ ਲੋਕ ਸਿਰਾਂ 'ਤੇ ਪੱਗਾਂ ਬੰਨ੍ਹ ਕੇ ਸਰਕਾਰਾਂ ਬਣਾਉਂਦੇ ਆ, ਇਹ ਲੋਕ ਪੰਜਾਬ ਦੇ ਬਿਲਕੁਲ ਵੀ ਦਰਦੀ ਨਹੀਂ ਆ। ਇਹਨਾਂ ਨੂੰ ਗੁਰਬਾਣੀ ਨਾਲ ਕੋਈ ਮਤਲਬ ਨਹੀਂ ਆ, ਗੁਰੂ ਦੀ ਬੇਅਦਬੀ ਹੋਈ ਜਾਵੇ ਇਹਨਾਂ ਨੂੰ ਕੋਈ ਮਤਲਬ ਨਹੀਂ ਹੈ, ਔਰ ਸਾਡੇ ਸਿੰਘ ਸ਼ਹੀਦ ਹੋਈ ਜਾਣ ਇਹਨਾਂ ਨੂੰ ਕੋਈ ਮਤਲਬ ਨਹੀਂ ਹੈ। ਲੇਕਿਨ ਇਹਨਾਂ ਨੇ ਸਾਨੂੰ ਗੁੰਮਰਾਹ ਕਰਕੇ ਆਰਟੀਕਲ 25(2)B ਦਾ ਭੁਲੇਖਾ ਸਾਡੇ ਵਿੱਚ ਮਨਾਂ ਦੇ ਵਿੱਚ ਪਾ ਕੇ ਲੱਖਾਂ ਹੀ ਸਿੰਘ ਸ਼ਹੀਦ ਕਰਵਾ ਦਿੱਤੇ। ਇਹਨਾਂ ਨੂੰ ਪਹਿਚਾਣੋ, ਕਿਉਂਕਿ ਇਹ ਬੁਲਾਰੇ, ਇਹ ਪ੍ਰਚਾਰਕ, ਇਹ ਲੀਡਰ ਜੋ ਗੰਦੀ ਨੀਅਤ ਰੱਖਦੇ ਸੀ, ਇਹਨਾਂ ਨੂੰ ਪਤਾ ਹੈ ਕਿ ਆਰਟੀਕਲ 25(2)B ਦੇ ਵਿੱਚ ਭਾਰਤ ਦੇ ਸੰਵਿਧਾਨ 'ਚ ਕਿਤੇ ਵੀ ਸਿੱਖਾਂ ਨੂੰ ਹਿੰਦੂਆਂ ਦਾ ਹਿੱਸਾ ਨਹੀਂ ਲਿਖਿਆ, ਲੇਕਿਨ ਇਹਨਾਂ ਨੇ ਜਾਣਬੁੱਝ ਕੇ ਆਪ ਜੀ ਨੂੰ ਗੁੰਮਰਾਹ ਕੀਤਾ। ਔਰ ਤੁਸੀਂ ਇਹਨਾਂ ਨੂੰ ਵੋਟਾਂ ਪਾਉਂਦੇ ਰਹੇ ਆਪਣੀ ਜਾਤ ਦਾ ਸਮਝ ਕੇ, ਲੇਕਿਨ ਇਹਨਾਂ ਨੇ ਲੱਖਾਂ ਹੀ ਸਾਡੇ ਕਿਸਾਨ ਸਪਰੇਆਂ ਪੀ ਕੇ ਮਰਨ ਨੂੰ ਮਜਬੂਰ ਕਰ ਦਿੱਤੇ, ਲੱਖਾਂ ਹੀ ਕਿਸਾਨ ਫਾਹੇ ਲੈ ਕੇ ਮਰਨ ਨੂੰ ਮਜਬੂਰ ਕਰ ਦਿੱਤੇ, ਲੱਖਾਂ ਦੇ ਹਿਸਾਬ ਦੇ ਨਾਲ ਪੁੱਤ ਮਾਵਾਂ ਦੇ 6ਵੇਂ ਦਰਿਆ 'ਚ ਡੁੱਬ ਗਏ, ਜੋ ਨਸ਼ੇ ਦਾ ਹੜ੍ਹ ਦਰਿਆਵਾਂ ਦੇ ਵਿੱਚ ਆਇਆ ਹੋਇਆ ਹੈ, ਉਹਦੇ ਵਿੱਚ ਡੁਬੋ ਕੇ ਇਹਨਾਂ ਨੇ ਮਾਰ ਦਿੱਤੇ। ਸੋ ਆਓ ਇਹਨਾਂ ਨੂੰ ਆਪਾਂ ਪਹਿਚਾਣੀਏ ਅਤੇ ਇਹਨਾਂ ਨੂੰ ਬਾਹਰ ਦਾ ਰਸਤਾ ਦਿਖਾਈਏ, ਆਪਣੇ ਪੰਜਾਬ ਨੂੰ ਬਚਾਈਏ। ਅਗਰ ਕੋਈ ਸ਼ਬਦ ਮੇਰੇ ਮੂੰਹ ਦੇ ਵਿੱਚੋਂ ਫਾਲਤੂ ਨਿਕਲ ਗਿਆ ਹੋਵੇ ਤੇ ਦਾਸ ਖਿਮਾ ਦਾ ਜਾਚਕ ਹੈ। ਬੋਲੇ ਸੋ ਨਿਹਾਲ, ਸਤਿ ਸ਼੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਜ਼ਿੰਦਾਬਾਦ, ਡਾਕਟਰ ਭੀਮ ਰਾਓ ਅੰਬੇਡਕਰ ਜ਼ਿੰਦਾਬਾਦ, ਬੇਗਮਪੁਰਾ ਖਾਲਸਾ ਰਾਜ ਜ਼ਿੰਦਾਬਾਦ। ਬੇਗਮਪੁਰਾ ਖਾਲਸਾ ਰਾਜ ਲੈ ਕੇ ਆਵਾਂਗੇ, ਬੇਗਮਪੁਰਾ ਵਸਾਵਾਂਗੇ ਇਸ ਆਪਣੇ ਭਾਰਤ ਦੇਸ਼ ਨੂੰ। ਉਹ ਬੇਗਮਪੁਰਾ ਖਾਲਸਾ ਰਾਜ ਲਿਆਵਾਂਗੇ ਜਿਹਦੀ ਰਾਜਧਾਨੀ ਦਿੱਲੀ ਹੋਗੀ, ਔਰ ਉੱਥੇ ਬੇਗਮਪੁਰਾ ਖਾਲਸਾ ਰਾਜ ਦਾ ਝੰਡਾ ਲਹਿਰਾਊਗਾ। ਸੰਤ ਜਰਨੈਲ ਸਿੰਘ ਜੀ ਖਾਲਸਾ ਅਮਰ ਰਹੇ, ਡਾਕਟਰ ਭੀਮ ਰਾਓ ਅੰਬੇਡਕਰ ਅਮਰ ਰਹੇ। ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਜਿੰਦਾਬਾਦ, ਡਾਕਟਰ BR ਅੰਬੇਡਕਰ ਜਿੰਦਾਬਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੈ ਭੀਮ, ਜੈ ਭਾਰਤ, ਜੈ ਮੂਲ ਨਿਵਾਸੀ। ਸ਼ੇਅਰ ਕਰ ਦਿਓ ਇਸ ਵੀਡੀਓ ਨੂੰ। ਥੈਂਕ ਯੂ। ਗੁਰਪਿਆਰਿਓ, ਅੰਤतः ਇੱਕੋ ਹੀ ਗੱਲ ਕਹਿਣਾ ਚਾਹਾਂਗੇ ਕਿ ਰੰਗਰੇਟੇ ਡਾਕਟਰ ਗੁਰਿੰਦਰ ਸਿੰਘ ਖਾਲਸਾ ਨੇ ਜੋ ਵੀ ਗੱਲਾਂ ਕਹੀਆਂ ਉਹਨਾਂ ਵੱਲ ਸਾਨੂੰ ਇੱਕ ਵਾਰ ਧਿਆਨ ਦੇਣਾ ਜ਼ਰੂਰ ਬਣਦਾ ਹੈ, ਪਰ ਨਾਲ ਹੀ ਅੰਤतः ਅਸੀਂ ਇੱਕ ਸੁਝਾਅ ਭਾਈ ਗੁਰਿੰਦਰ ਸਿੰਘ ਖਾਲਸਾ ਨੂੰ ਵੀ ਦੇਣਾ ਚਾਹਾਂਗੇ ਕਿ ਹੁਣ ਉਹ ਖਾਲਸੇ ਸੱਚ ਗਏ ਨੇ। ਉਹਨਾਂ ਨੇ ਆਪਣੇ ਆਪ ਨੂੰ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਫੌਜ 'ਚ ਭਰਤੀ ਕਰ ਲਿਆ ਹੈ। ਇਸ ਲਈ ਭਵਿੱਖ ਵਿੱਚ ਜਦੋਂ ਵੀ ਉਹ ਲਾਈਵ ਹੋਣ ਜਾਂ ਕਿਸੇ ਵੀ ਸਮਾਗਮ ਤੇ ਜਾਣ ਜਾਂ ਕਿਸੇ ਨੂੰ ਵੀ ਸੰਬੋਧਿਤ ਕਰਦੇ ਹੋਣ ਤਾਂ ਉੱਥੇ ਜਾਤ ਪਾਤ ਤੋਂ ਉੱਤੇ ਉੱਠ ਕੇ ਇਹ ਵਿਤਕਰੇ ਭੁਲਾ ਕੇ ਫਿਰ ਗੱਲਬਾਤ ਕਰਨ ਤਾਂ ਸ਼ਾਇਦ ਉਹਨਾਂ ਦੀ ਗੱਲਬਾਤ ਵਿੱਚ ਤੇ ਉਹਨਾਂ ਦੇ ਅੰਦਾਜ਼ ਵਿੱਚ ਕੁਝ ਹੋਰ ਹੀ ਹੁਨਰ ਝਲਕਦਾ ਹੋਇਆ ਨਜ਼ਰ ਆਵੇਗਾ। ਕਿਉਂਕਿ ਜਦੋਂ ਅਸੀਂ ਬਾਣੀ ਦੇ ਧਾਰਨੀ ਹੋ ਕੇ ਜਾਤਾਂ ਪਾਤਾਂ ਦੀ ਗੱਲ ਕਰਦੇ ਹਾਂ, ਊਚ ਨੀਚ ਦੀ ਗੱਲ ਕਰਦੇ ਹਾਂ, ਤਾਂ ਕਿਤੇ ਨਾ ਕਿਤੇ ਅਸੀਂ ਖੰਡੇ ਬਾਟੇ ਦੀ ਲਿੱਤੀ ਹੋਈ ਪਹੁਲ ਦਾ ਵੀ ਨਿਰਾਦਰ ਕਰਦੇ ਹਾਂ। ਕਿਉਂਕਿ ਮੇਰੇ ਕਲਗੀਧਰ ਨੇ ਜਦੋਂ ਖੰਡੇ ਬਾਟੇ ਦੀ ਪਹੁਲ ਤਿਆਰ ਕਰਕੇ 5 ਪਿਆਰੇ ਸਾਧੇ ਸਨ, ਉਦੋਂ ਜਾਤ ਪਾਤ ਦਾ ਇਹ ਕੋਡ ਸਿੱਖ ਕੌਮ ਵਿੱਚੋਂ ਹਮੇਸ਼ਾ ਲਈ ਮੁਕਾ ਦਿੱਤਾ ਸੀ ਤੇ ਸਾਡਾ ਫਰਜ਼ ਬਣਦਾ ਹੈ ਕਿ ਇਸ ਕੋਡ ਨੂੰ ਅਸੀਂ ਮੁੜ ਪਨਪਨ ਨਾ ਦਈਏ। ਵਿਚਾਰ ਚੰਗੇ ਲੱਗੇ ਹੁਣ ਵੀਡੀਓ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ। ਬਾਕੀ ਆਪਣੀਆਂ ਭਾਵਨਾਵਾਂ ਨੀਚੇ ਕਮੈਂਟਸ ਦੇ ਵਿੱਚ ਤੁਸੀਂ ਵਿਅਕਤ ਕਰ ਸਕਦੇ ਹੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੱਖ ਧਰਮ ਦੀ ਹਰ ਗਤੀਵਿਧੀ
ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ।